ਕਾਮਰੇਡੀ ਤੋਂ ਸਿੱਖੀ ਵੱਲ ਮੋੜਾ। ਐਮਰਜੈਂਸੀ ਖਤਮ ਹੋਣ ਤੋਂ ਬਾਅਦ ਨਕਸਲੀ ਲਹਿਰ ਦੇ ਅੰਦਰ ਵਿਚਾਰਧਾਰਕ ਉਥਲ-ਪੁਥਲ ਤੇ ਜਥੇਬੰਦਕ ਟੁੱਟ-ਭੱਜ ਦਾ ਅਮਲ ਛਿੜ ਪਿਆ ਸੀ। ਇੰਦਰਾ ਗਾਂਧੀ ਦੀ ਕਰੂਰ ਤਾਨਾਸ਼ਾਹੀ ਦਾ ਦੁਖਦਾਈ ਅਮਲ ਹੰਢਾਉਣ ਤੋਂ ਬਾਅਦ ਦੇਸ਼ ਅੰਦਰ ਜਮਹੂਰੀਅਤ ਦੀ ਬਹਾਲੀ ਬਾਰੇ ਪੁਰਜ਼ੋਰ ਉਮੀਦਾਂ ਤੇ ਰੀਝਾਂ ਪੈਦਾ ਹੋ ਗਈਆਂ ਸਨ। ਇਸ ਦੇ ਪ੍ਰਭਾਵ ਹੇਠ ਨਕਸਲੀ ਲਹਿਰ ਦੇ ਕਾਫੀ ਹਿੱਸਿਆਂ ਨੇ ਹਥਿਆਰਬੰਦ ਜੱਦੋ-ਜਹਿਦ ਦੇ ਰਾਹ ਤੋਂ ਤੌਬਾ ਕਰਦਿਆਂ ਹੋਇਆਂ ਪੁਰਅਮਨ ਸੰਘਰਸ਼ ਦਾ ਰਾਹ ਚੁਣ ਲਿਆ ਸੀ। ਕਮਿਊਨਿਸਟ ਲਹਿਰ ਅੰਦਰ ਪੈਦਾ ਹੋਈ ਇਸ ਵਿਚਾਰਧਾਰਕ ਅਨਿਸ਼ਚਿਤਤਾ ਤੇ ਗੰਦਲ ਚਾਹੁਣ ਦਾ ਜਸਵੰਤ ਸਿੰਘ ਖਾਲੜਾ ਦੇ ਮਨ ਉੱਤੇ ਗਹਿਰਾ ਅਸਰ ਹੋਇਆ। ਉਸਨੇ ਕੌਮਾਂਤਰੀ ਕਮਿਊਨਿਸਟ ਲਹਿਰ ਦੇ ਸਮੁੱਚੇ ਅਮਲ ਦਾ ਪੜਚੋਲਵਾਂ ਮੁਲੰਕਣ ਕਰਦਿਆਂ ਹੋਇਆਂ ਮਾਰਕਸਵਾਦੀ ਵਿਚਾਰਧਾਰਾ ਦੀ ਬੁਨਿਆਦੀ ਮਰਜ਼ ਦੀ ਪਛਾਣ ਕਰ ਲਈ ਸੀ। ਉਹ ਇਸ ਨਿਸ਼ਚਿਤ ਨਿਰਣੇ ਤੇ ਅੱਪੜ ਗਿਆ ਸੀ ਕਿ ਰਾਜ ਤੇ ਸਮਾਜ ਦਾ ਕਮਿਊਨਿਸਟ ਮਾਡਲ ਵਿਅਕਤੀ ਦੀ ਆਜ਼ਾਦੀ ਤੇ ਆਨ-ਸ਼ਾਨ ਭਾਵ ਡਿਗਨਿਟੀ ਦਾ ਜ਼ਾਮਨ ਨਹੀਂ ਬਣ ਸਕਦਾ। ਜਸਵੰਤ ਸਿੰਘ ਖਾਲੜਾ ਦੀਆਂ ਨਜ਼ਰਾਂ ਵਿੱਚ ਇਹਨਾਂ ਦੋਵਾਂ ਤੱਤਾਂ ਦਾ ਵੱਡਾ ਮੁੱਲ ਸੀ, ਜਿਸ ਕਰਕੇ ਉਸ ਦਾ ਕਮਿਊਨਿਸਟ ਵਿਚਾਰਧਾਰਾ ਤੋਂ ਭਰੋਸਾ ਉੱਠ ਗਿਆ। ਉਸਨੇ ਐਲਾਨੀਆ ਤੌਰ ਤੇ ਟਕਸਾਲੀ ਮਾਰਕਸਵਾਦ ਨੂੰ ਤਿਲਾਂਜਲੀ ਦੇ ਦਿੱਤੀ ਸੀ ਅਤੇ ਉਸ ਅੰਦਰ ਮਨੁੱਖੀ ਸਮਾਜ ਨੂੰ ਇਨਸਾਫ ਤੇ ਬਰਾਬਰੀ ਦੇ ਆਧਾਰ ਉੱਤੇ ਨਵੇਂ ਸਿਰਿਓਂ ਜਥੇਬੰਦ ਕਰਨ ਲਈ ਕਿਸੇ ਵੱਧ ਢੁਕਵੀਂ ਵਿਚਾਰਧਾਰਾ ਦੀ ਤਲਬ ਪੈਦਾ ਹੋ ਗਈ ਸੀ। ਇਸੇ ਹੀ ਸਮੇਂ ਦੌਰਾਨ ਜੰਮੂ ਕਸ਼ਮੀਰ ਦੇ ਇੱਕ ਨਕਸਲੀ ਧੜੇ ਨੇ ਜੰਮੂ ਦੇ ਸਾਂਬਾ ਕਸਬੇ ਦੇ ਉੱਘੇ ਨਕਸਲੀ ਆਗੂ ਰਾਮ ਪਿਆਰਾ ਸਰਾਫ ਦੀ ਸਿਧਾਂਤਕ ਰਹਿਨੁਮਾਈ ਹੇਠ ਮਾਰਕਸਵਾਦ ਪ੍ਰਤੀ ਪੜਚੋਲਵੀਂ ਦ੍ਰਿਸ਼ਟੀ ਅਪਣਾਉਂਦੇ ਹੋਏ ਕਿਸੇ ਬਦਲਵੇਂ ਉਦਾਰਵਾਦੀ ਵਿਚਾਰ ਪ੍ਰਬੰਧ ਦੀ ਤਲਾਸ਼ ਸ਼ੁਰੂ ਕਰ ਦਿੱਤੀ ਸੀ। ਵੱਖ-ਵੱਖ ਤਜਰਬੇ ਕਰਨ ਤੋਂ ਬਾਅਦ ਰਾਮ ਪਿਆਰਾ ਸਰਾਫ ਨੇ ਇੰਟਰਨੈਸ਼ਨਲ ਡੈਮੋਕ੍ਰੈਟਿਕ ਪਾਰਟੀ ਜਾਣੀ ਕਿ IDP ਨਾਂ ਦੀ ਜਥੇਬੰਦੀ ਬਣਾ ਕੇ ਜਨਤਕ ਸਰਗਰਮੀ ਆਰੰਭ ਕਰ ਦਿੱਤੀ ਸੀ। ਇਹ ਪਾਰਟੀ ਸੰਪੂਰਨ ਤੌਰ ਤੇ ਜਮਹੂਰੀਅਤ ਨੂੰ ਪ੍ਰਣਾਈ ਹੋਣ ਦਾ ਦਾਅਵਾ ਕਰਦੀ ਸੀ ਅਤੇ ਹਿੰਸਾ ਨੂੰ ਅਸੂਲੀ ਤੌਰ ਤੇ ਰੱਦ ਕਰਦੀ ਸੀ। ਜੰਮੂ ਕਸ਼ਮੀਰ ਅੰਦਰ ਤਾਂ ਇਸ ਪਾਰਟੀ ਨੂੰ ਬਹੁਤਾ ਉਤਸ਼ਾਹਪੂਰਨ ਹੁੰਗਾਰਾ ਨਾ ਮਿਲਿਆ, ਪਰ ਪੰਜਾਬ ਦੇ ਕੁਝ ਕੁ ਸਾਬਕਾ ਨਕਸਲੀਆਂ ਦੇ ਇਸ ਪਾਰਟੀ ਨਾਲ ਜੁੜ ਜਾਣ ਕਰਕੇ ਇਸਨੇ ਪੰਜਾਬ ਅੰਦਰ ਜਨਤਕ ਸਰਗਰਮੀਆਂ ਵਿੱਢ ਦਿੱਤੀਆਂ ਸਨ। ਜਸਵੰਤ ਸਿੰਘ ਖਾਲੜਾ ਨੂੰ ਦੂਸਰੇ ਸਾਰੇ ਨਕਸਲੀ ਗੁੱਟਾਂ ਦੀ ਤੁਲਨਾ ਵਿੱਚ ਇੰਟਰਨੈਸ਼ਨਲ ਡੈਮੋਕ੍ਰੈਟਿਕ ਪਾਰਟੀ ਦੀ ਸੋਚ ਵੱਧ ਸਹੀ ਜਾਪੀ। 80ਵਿਆਂ ਦੇ ਸ਼ੁਰੂ ਵਿੱਚ ਉਸਨੇ ਇਸ ਪਾਰਟੀ ਦੀਆਂ ਸਰਗਰਮੀਆਂ ਵਿੱਚ ਸ਼ਾਮਲ ਹੋਣਾ ਸ਼ੁਰੂ ਕਰ ਦਿੱਤਾ ਸੀ ਅਤੇ ਥੋੜੇ ਹੀ ਚਿਰ ਵਿੱਚ ਉਹ ਇਸ ਪਾਰਟੀ ਦੀ ਸੂਬਾ ਕਮੇਟੀ ਦਾ ਮੈਂਬਰ ਬਣ ਗਿਆ ਸੀ। ਸਿੱਖ ਸੰਘਰਸ਼ ਦੀ ਉਠਾਣ। ਇਸੇ ਦੌਰਾਨ 1978 ਦੀ ਵਿਸਾਖੀ ਮੌਕੇ ਪੰਜਾਬ ਦੇ ਰਾਜਸੀ ਮੰਚ ਉੱਤੇ ਇੱਕ ਅਣਕਿਆਸਿਆ ਵਿਸਫੋਟ ਹੋਇਆ। ਨਕਲੀ ਨਿਰੰਕਾਰੀਆਂ ਨੇ ਕੇਂਦਰੀ ਹਕੂਮਤ ਦੀ ਸ਼ਹਿ ਉੱਤੇ ਅੰਮ੍ਰਿਤਸਰ ਵਿਖੇ 13 ਸਿੱਖ ਸ਼ਰਧਾਲੂਆਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਸੀ। ਦਮਦਮੀ ਟਕਸਾਲ ਦੇ ਮੁਖੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਸਿੰਘਾਂ ਦੇ ਇਸ ਨਿਹੱਕੇ ਕਤਲੇਆਮ ਦੇ ਵਿਰੁੱਧ ਰੋਹ ਭਰਪੂਰ ਸੰਘਰਸ਼ ਆਰੰਭ ਕਰ ਦਿੱਤਾ ਸੀ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਰਾਜਸੀ ਦ੍ਰਿਸ਼ ਉੱਤੇ ਆਮਦ ਨਾਲ ਰਾਜਸੀ ਵਾਤਾਵਰਨ ਵਿੱਚ ਤਰਥੱਲੀ ਮਚ ਗਈ ਸੀ। ਸੰਤ ਜੀ ਵੱਲੋਂ ਇਨਸਾਫ ਦੀ ਪ੍ਰਾਪਤੀ ਲਈ ਹਥਿਆਰਬੰਦ ਸੰਘਰਸ਼ ਦਾ ਹੋਕਾ ਦਿੱਤੇ ਜਾਣ ਸਦਕਾ ਧਰਮ ਲਈ ਸਿਰ ਦੇਣ ਦੀ ਗੌਰਵਸ਼ਾਲੀ ਸਿੱਖ ਰਵਾਇਤ ਮੁੜ ਜੀਵਤ ਹੋ ਉੱਠੀ ਸੀ। ਜਿਹੜੇ ਸਿੱਖ ਨੌਜਵਾਨ ਕੁਝ ਸਾਲ ਪਹਿਲਾਂ ਇਨਕਲਾਬੀ ਤਬਦੀਲੀ ਦੀ ਤਾਂਘ ਵਿੱਚੋਂ ਕਮਿਊਨਿਸਟ ਵਿਚਾਰਧਾਰਾ ਵੱਲ ਕੀਲੇ ਗਏ ਸਨ, ਉਹਨਾਂ ਅੰਦਰ ਸੰਤ ਜਰਨੈਲ ਸਿੰਘ ਦੀ ਸ਼ਖਸੀਅਤ ਤੇ ਵਿਚਾਰਧਾਰਾ ਦੀ ਖਿੱਚ ਪੈਦਾ ਹੋ ਗਈ ਸੀ। ਨਤੀਜੇ ਵਜੋਂ ਇਨਕਲਾਬੀ ਝੁਕਾਅ ਰੱਖਣ ਵਾਲੇ ਕੁਝ ਸਾਬਕਾ ਨਕਸਲੀ ਹੌਲੀ-ਹੌਲੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨਾਲ ਜੁੜਨ ਲੱਗ ਗਏ ਸਨ। ਇਸ ਮਾਹੌਲ ਦੇ ਅਸਰ ਹੇਠ ਜਸਵੰਤ ਸਿੰਘ ਖਾਲੜਾ ਦੇ ਮਨ ਅੰਦਰ ਵੀ ਦੱਬੇ ਹੋਏ ਸਿੱਖ ਸੰਸਕਾਰਾਂ ਨੇ ਜ਼ੋਰਦਾਰ ਅੰਗੜਾਈ ਲਈ ਅਤੇ ਉਸ ਅੰਦਰ ਆਪਣੀ ਖਾਨਦਾਨੀ ਸਿੱਖ ਜੁਝਾਰੂ ਵਿਰਾਸਤ ਦਾ ਜਜ਼ਬਾ ਸੁਰਜੀਤ ਹੋ ਗਿਆ ਸੀ। ਜਿਉਂ-ਜਿਉਂ ਸੰਤ ਜੀ ਵੱਲੋਂ ਆਰੰਭ ਕੀਤੇ ਗਏ ਧਰਮ ਯੁੱਧ ਮੋਰਚੇ ਦਾ ਮੈਦਾਨ ਮੱਘਦਾ ਚਲਾ ਗਿਆ, ਤਿਉਂ-ਤਿਉਂ ਜਸਵੰਤ ਸਿੰਘ ਦਾ ਝੁਕਾਅ ਤੇ ਲਗਾਅ ਸਿੱਖ ਸੰਘਰਸ਼ ਵੱਲ ਹੁੰਦਾ ਗਿਆ।
ਭਾਈ ਕੁਲਵੰਤ ਸਿੰਘ ਨਾਗੋਕੇ ਦੇ ਕਤਲ ਦੀ ਜਾਂਚ। 1978 ਤੋਂ 79 ਵਿੱਚ ਪੰਜਾਬ ਅੰਦਰ ਇੱਕ ਨਕਸਲੀ ਧਿਰ ਨੇ ਜਮਹੂਰੀ ਹੱਕਾਂ ਦੀ ਰਾਖੀ ਲਈ ਜਮਹੂਰੀ ਅਧਿਕਾਰ ਸਭਾ ਜਾਣੀ ਕਿ ਐਸੋਸੀਏਸ਼ਨ ਫਾਰ ਡੈਮੋਕ੍ਰੈਟਿਕ ਰਾਈਟਸ ਨਾਂ ਦੀ ਜਥੇਬੰਦੀ ਬਣਾਈ ਸੀ। ਜਸਵੰਤ ਸਿੰਘ ਖਾਲੜਾ ਲਗਭਗ 10 ਸਾਲਾਂ ਤੱਕ ਇਸ ਜਥੇਬੰਦੀ ਦੀ ਅੰਮ੍ਰਿਤਸਰ ਜ਼ਿਲ੍ਹੇ ਦੀ ਇਕਾਈ ਨਾਲ ਰਲ ਕੇ ਮਨੁੱਖੀ ਹੱਕਾਂ ਦੀ ਰਾਖੀ ਲਈ ਕਾਰਜ ਕਰਦਾ ਰਿਹਾ ਸੀ। ਉਹ ਇਸ ਜਥੇਬੰਦੀ ਦਾ ਅੰਮ੍ਰਿਤਸਰ ਜ਼ਿਲ੍ਹੇ ਅੰਦਰ ਯਸ਼ਪਾਲ ਝਬਾਲ ਤੇ ਇੰਜੀਨੀਅਰ ਪ੍ਰਤਾਪ ਸਿੰਘ ਦਾ ਪ੍ਰਮੁੱਖ ਸਹਿਯੋਗੀ ਸੀ। ਜੂਨ 1982 ਵਿੱਚ ਅੰਮ੍ਰਿਤਸਰ ਦੀ ਪੁਲਿਸ ਨੇ ਭਾਈ ਕੁਲਵੰਤ ਸਿੰਘ ਨਾਗੋਕੇ ਨਾਂ ਦੇ ਇੱਕ ਬਾਣੇ ਵਾਲੇ ਸਿੰਘ ਨੂੰ ਕਿਸੇ ਮਾਮਲੇ ਵਿੱਚ ਗ੍ਰਿਫਤਾਰ ਕਰ ਲਿਆ ਸੀ ਅਤੇ ਫਿਰ ਉਸ ਉੱਤੇ ਅੰਨਾ ਤਸ਼ੱਦਦ ਕੀਤਾ ਸੀ, ਜਿਸ ਨਾਲ ਭਾਈ ਨਾਗੋਕੇ ਦੀ 11 ਜੂਨ 1982 ਨੂੰ ਅੰਮ੍ਰਿਤਸਰ ਵਿਖੇ ਪੁਲਿਸ ਦੀ ਹਿਰਾਸਤ ਵਿੱਚ ਹੀ ਮੌਤ ਹੋ ਗਈ ਸੀ। ਪੁਲਿਸ ਨੇ ਉਸ ਦੀ ਮ੍ਰਿਤਕ ਦੇਹ ਨੂੰ ਅੰਮ੍ਰਿਤਸਰ ਦੇ ਬਾਹਰ ਵੱਲਾ ਪਿੰਡ ਦੇ ਨੇੜੇ ਖੇਤਾਂ ਵਿੱਚ ਸੁੱਟ ਕੇ ਗੋਲੀਆਂ ਮਾਰ ਦਿੱਤੀਆਂ ਸਨ ਅਤੇ ਇਸ ਤਰ੍ਹਾਂ ਉਸ ਨੂੰ ਪੁਲਿਸ ਨਾਲ ਹੋਏ ਮੁਕਾਬਲੇ ਵਿੱਚ ਮਾਰਿਆ ਗਿਆ ਦਿਖਾਇਆ ਗਿਆ ਸੀ। ਪੰਜਾਬ ਵਿੱਚ 70ਵਿਆਂ ਦੇ ਮੁੱਢ ਵਿੱਚ ਨਕਸਲੀਆਂ ਨੂੰ ਝੂਠੇ ਪੁਲਿਸ ਮੁਕਾਬਲੇ ਦਿਖਾ ਕੇ ਕਤਲ ਕਰਨ ਤੋਂ ਬਾਅਦ ਇਹ ਇਸ ਕਿਸਮ ਦੀ ਪਹਿਲੀ ਵਾਰਦਾਤ ਹੋਈ ਸੀ, ਜਿਸ ਨਾਲ ਸਿੱਖ ਪੰਥ ਅੰਦਰ ਪੁਲਿਸ ਦੇ ਇਸ ਵਹਿਸ਼ੀ ਕਾਰੇ ਦੇ ਵਿਰੁੱਧ ਤਿੱਖਾ ਰੋਹ ਫੈਲ ਗਿਆ ਸੀ। ਉਸ ਵੇਲੇ ਤੱਕ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਰਾਜਸੀ ਦ੍ਰਿਸ਼ ਉੱਤੇ ਉੱਭਰ ਆਏ ਸਨ। ਉਹਨਾਂ ਨੇ ਇਸ ਘਟਨਾ ਨੂੰ ਆਮ ਆਦਮੀ ਜਾਂ ਆਮ ਸਿੱਖ ਦੇ ਨਜ਼ਰੀਏ ਤੋਂ ਦੇਖਣ ਦੀ ਥਾਂ ਇਸ ਦੇ ਡੂੰਘੇ ਅਰਥਾਂ ਦੀ ਪਛਾਣ ਕਰ ਲਈ ਸੀ। ਉਹਨਾਂ ਨੇ ਇਸ ਨੂੰ ਭਾਰਤ ਅੰਦਰ ਸਿੱਖ ਕੌਮ ਦੀ ਗੁਲਾਮੀ ਦੀ ਨਿਸ਼ਾਨੀ ਵਜੋਂ ਦੇਖਿਆ ਸੀ ਅਤੇ ਫਿਰ ਇਸ ਗੁਲਾਮੀ ਦੇ ਵਿਰੁੱਧ ਸਿੱਖ ਕੌਮ ਅੰਦਰ ਪ੍ਰਚੰਡ ਜਜ਼ਬਾ ਭਰਨ ਲਈ ਪੂਰਾ ਤਾਣ ਲਾ ਦਿੱਤਾ ਸੀ। ਇਸ ਤਰੀਕੇ ਨਾਲ ਭਾਈ ਨਾਗੋਕੇ ਦਾ ਕਤਲ ਸਿੱਖ ਰਾਜਨੀਤੀ ਵਿੱਚ ਆਏ ਅਹਿਮ ਮੋੜ ਦਾ ਪ੍ਰਤੀਕ ਤੇ ਸਬੱਬ ਬਣ ਗਿਆ ਸੀ। ਉਸ ਵੇਲੇ ਭਾਈ ਜਸਵੰਤ ਸਿੰਘ ਖਾਲੜਾ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਜਮਹੂਰੀ ਅਧਿਕਾਰ ਸਭਾ ਦੇ ਮੋਹਰੀ ਆਗੂਆਂ ਨਾਲ ਰਲ ਕੇ ਭਾਈ ਕੁਲਵੰਤ ਸਿੰਘ ਨਾਗੋਕੇ ਦੇ ਕਤਲ ਦੀ ਜਾਂਚ ਕਰਕੇ ਨਿੱਘਰ ਤੱਥਾਂ ਤੇ ਸਬੂਤਾਂ ਤੇ ਆਧਾਰਿਤ ਰਿਪੋਰਟ ਜਾਰੀ ਕੀਤੀ ਸੀ, ਜਿਸ ਵਿੱਚ ਪੁਲਿਸ ਦੇ ਝੂਠ ਦਾ ਪਰਦਾਫਾਸ਼ ਕੀਤਾ ਗਿਆ ਸੀ। ਕਿਸੇ ਮਨੁੱਖੀ ਅਧਿਕਾਰ ਜਥੇਬੰਦੀ ਜਾਂ ਕਾਰਕੁਨ ਵੱਲੋਂ ਸਿੱਖਾਂ ਉੱਤੇ ਪੁਲਿਸ ਜ਼ਬਰ ਦੀ ਵਾਰਦਾਤ ਦੀ ਨਿਰਪੱਖ ਤਰੀਕੇ ਨਾਲ ਜਾਂਚ ਕਰਨ ਦੀ ਇਹ ਪਹਿਲੀ ਘਟਨਾ ਸੀ। ਇਹ ਕੰਮ ਸਿਰਫ ਭਾਈ ਖਾਲੜਾ ਦੀ ਹਿੰਮਤ ਤੇ ਪਹਿਲਕਦਮੀ ਸਦਕਾ ਹੀ ਹੋ ਸਕਿਆ ਸੀ, ਕਿਉਂਕਿ ਪੰਜਾਬ ਦੇ ਖੱਬੇ ਪੱਖੀ ਹਲਕੇ ਸਿੱਖਾਂ ਦੇ ਸੰਘਰਸ਼ ਦੇ ਹੱਕ ਵਿੱਚ ਕਿਸੇ ਵੀ ਕਿਸਮ ਦੀ ਆਵਾਜ਼ ਉਠਾਉਣ ਤੋਂ ਕਰੜਾ ਪਰਹੇਜ਼ ਕਰਕੇ ਚੱਲਦੇ ਸਨ। ਇਸੇ ਹੀ ਤਰ੍ਹਾਂ 1984 ਵਿੱਚ CRP ਨੇ ਅੰਮ੍ਰਿਤਸਰ ਵਿੱਚ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੇ ਕੰਡਕਟਰ ਨੂੰ ਸਿੱਖ ਵਿਰੋਧੀ ਤਸਬਾਂ ਵਿੱਚੋਂ ਕਿਸੇ ਮਾਮੂਲੀ ਜਿਹੀ ਗੱਲ ਤੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਭਾਈ ਜਸਵੰਤ ਸਿੰਘ ਖਾਲੜਾ ਦੀ ਪਹਿਲਕਦਮੀ ਨਾਲ ਜਮਹੂਰੀ ਅਧਿਕਾਰ ਸਭਾ ਦੀ ਅੰਮ੍ਰਿਤਸਰ ਇਕਾਈ ਨੇ ਇਸ ਘਟਨਾ ਦੀ ਜਾਂਚ ਕਰਕੇ CRP ਨੂੰ ਦੋਸ਼ੀ ਗਰਦਾਨਿਆ ਸੀ। ਬਾਅਦ ਵਿੱਚ ਜਾ ਕੇ ਜਦੋਂ ਖੱਬੇ ਪੱਖੀਆਂ ਨੇ ਸਿੱਖ ਸੰਘਰਸ਼ ਦੇ ਅੰਨੇ ਵਿਰੋਧ ਚੋਂ ਜਾਬਰ ਹਕੂਮਤ ਦਾ ਨੰਗੇ ਰੂਪ ਵਿੱਚ ਪੱਖ ਪੂਰਨਾ ਸ਼ੁਰੂ ਕਰ ਦਿੱਤਾ ਸੀ, ਤਾਂ ਭਾਈ ਜਸਵੰਤ ਸਿੰਘ ਨੇ ਜਮਹੂਰੀ ਅਧਿਕਾਰ ਸਭਾ ਤੋਂ ਕਿਨਾਰਾ ਕਰ ਲਿਆ ਸੀ। ਰਵਾਇਤੀ ਕਮਿਊਨਿਸਟ ਪਾਰਟੀਆਂ CPI ਤੇ CPM ਦਾ ਸਿੱਖ ਸੰਘਰਸ਼ ਪ੍ਰਤੀ ਦੁਸ਼ਮਣਾਨਾ ਰਵੱਈਆ ਤਾਂ ਨੰਗੀ ਹਕੀਕਤ ਸੀ, ਪਰ ਰਵਾਇਤੀ ਨਕਸਲੀ ਗੁੱਟਾਂ ਦਾ ਸਿੱਖ ਸੰਘਰਸ਼ ਪ੍ਰਤੀ ਰਵੱਈਆ ਵੀ ਇਸ ਨਾਲੋਂ ਬਹੁਤਾ ਵੱਖਰਾ ਨਹੀਂ ਸੀ। ਇਸ ਦਾ ਸਭ ਤੋਂ ਵੱਡਾ ਕਾਰਨ ਤਾਂ ਉਹਨਾਂ ਦੀ ਆਮ ਰੂਪ ਵਿੱਚ ਹੀ ਧਰਮ ਬਾਰੇ ਨਕਾਰਾਤਮਕ ਸਮਝ ਸੀ, ਪਰ ਨਾਲ ਹੀ ਭਾਰਤੀ ਰਾਸ਼ਟਰਵਾਦ ਬਾਰੇ ਵੀ ਉਹਨਾਂ ਦੀ ਸਿਧਾਂਤਕ ਸਮਝ ਵਿੱਚ ਵੱਡਾ ਕੱਜ ਸੀ। ਉਹ ਭਾਰਤੀ ਰਾਸ਼ਟਰਵਾਦ ਦੇ ਹਿੰਦੂਵਾਦੀ ਤੱਤ ਦੀ ਪਛਾਣ ਕਰਨ ਤੋਂ ਇਨਕਾਰੀ ਜਾਂ ਅਸਮਰੱਥ ਸਨ। ਇਸ ਤੋਂ ਇਲਾਵਾ ਉਹ ਭਾਰਤ ਅੰਦਰ ਕੌਮੀਅਤਾਂ ਦੇ ਮਸਲੇ ਬਾਰੇ ਵੀ ਜਾਂ ਤਾਂ ਅਗਿਆਨੀ ਸਨ ਅਤੇ ਜਾਂ ਇਸ ਨੂੰ ਭਾਰਤੀ ਰਾਸ਼ਟਰਵਾਦ ਦੇ ਚਸ਼ਮਿਆਂ ਰਾਹੀਂ ਦੇਖਣ ਦੀ ਕੁਤਾਹੀ ਕਰਦੇ ਸਨ। 1983 ਵਿੱਚ ਇੱਕ ਨਕਸਲੀ ਧੜੇ RCPI ਨੇ ਜਲੰਧਰ ਦੇਸ਼ ਭਗਤ ਹਾਲ ਵਿੱਚ ਪੰਜਾਬ ਤੇ ਸਿੱਖ ਸਮੱਸਿਆ ਬਾਰੇ ਸੈਮੀਨਾਰ ਕਰਾਇਆ ਸੀ, ਜਿਸ ਵਿੱਚ ਦਿੱਲੀ ਤੋਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਇਤਿਹਾਸ ਮਹਿਕਮੇ ਦੇ ਮੁਖੀ ਤੇ ਭਾਰਤ ਦੀ ਏਕਤਾ ਤੇ ਅਖੰਡਤਾ ਦੇ ਕੱਟੜ ਮੁੱਦਈ ਪ੍ਰੋਫੈਸਰ ਬਿਪਨ ਚੰਦਰ ਮੁੱਖ ਬੁਲਾਰੇ ਸਨ।
उस सैमीनार अंदर IDP ਦੀ ਪੰਜਾਬ ਇਕਾਈ ਦੇ ਪ੍ਰਧਾਨ ਮਾਸਟਰ ਖੇਤਾ ਸਿੰਘ ਨੇ ਰਾਮ ਪਿਆਰਾ ਸਰਾਫ ਦਾ ਲਿਖਿਆ ਪਰਚਾ ਪੜ੍ਹਿਆ ਸੀ, ਜਿਸ ਵਿੱਚ ਪੰਜਾਬ ਮਸਲੇ ਨੂੰ ਨਿਰੋਲ ਆਰਥਿਕ ਦ੍ਰਿਸ਼ਟੀ ਤੋਂ ਦੇਖਣ ਦੀ ਬਜਾਏ ਸੱਭਿਆਚਾਰਕ ਪੱਖ ਨੂੰ ਪ੍ਰਮੁੱਖਤਾ ਦੇਣ ਦੀ ਵਜ਼ਾਹਤ ਕੀਤੀ ਗਈ ਸੀ। ਭਾਈ ਜਸਵੰਤ ਸਿੰਘ ਖਾਲੜਾ ਨੇ ਸਾਰਾ ਸੈਮੀਨਾਰ ਡੂੰਘੇ ਧਿਆਨ ਨਾਲ ਸੁਣਿਆ ਸੀ, ਜਿਸ ਵਿੱਚੋਂ ਉਸ ਨੂੰ IDP ਦੀ ਸਮਝ ਜ਼ਿਆਦਾ ਠੀਕ ਲੱਗੀ ਸੀ। ਇਸ ਨਾਲ ਉਸ ਨੂੰ ਸਿੱਖ ਸੰਘਰਸ਼ ਦੇ ਪੱਖ ਵਿੱਚ ਯੋਗ ਸਿਧਾਂਤਕ ਦਲੀਲ ਮਿਲ ਗਈ ਸੀ। ਜੂਨ 1984 ਵਿੱਚ ਭਾਰਤੀ ਫੌਜ ਵੱਲੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਉੱਤੇ ਕੀਤੇ ਕਹਿਰਵਾਨ ਹਮਲੇ ਤੋਂ ਬਾਅਦ ਜਸਵੰਤ ਸਿੰਘ ਨੇ ਪੂਰੀ ਤਨਦੇਹੀ ਨਾਲ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਸਰਕਾਰੀ ਜ਼ਬਰ ਦਾ ਵਿਰੋਧ। ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਤੋਂ ਤੁਰੰਤ ਬਾਅਦ ਭਾਰਤੀ ਫੌਜ ਨੇ ਖਾੜਕੂ ਸੰਘਰਸ਼ ਦਾ ਹਮਾਇਤੀ ਆਧਾਰ ਨਸ਼ਟ ਕਰਨ ਦੇ ਭੈੜੇ ਇਰਾਦੇ ਨਾਲ ਆਪਰੇਸ਼ਨ ਵੁੱਡ ਰੋਜ਼ ਦੇ ਅਲੰਕਾਰਕ ਨਾਂ ਹੇਠ ਸਾਰੇ ਪੰਜਾਬ, ਵਿਸ਼ੇਸ਼ ਕਰਕੇ ਮਾਝੇ ਦੇ ਖੇਤਰ ਅੰਮ੍ਰਿਤਸਰ, ਗੁਰਦਾਸਪੁਰ ਤੇ ਫਿਰੋਜ਼ਪੁਰ ਅੰਦਰ ਜ਼ਬਰ ਤੇ ਗ੍ਰਿਫਤਾਰੀਆਂ ਦੀ ਵਿਆਪਕ ਮੁਹਿੰਮ ਚਲਾਈ ਸੀ। ਜਦੋਂ ਪੰਜਾਬ ਤੋਂ ਬਾਹਰ ਅਖਬਾਰਾਂ ਵਿੱਚ ਇਸ ਬਾਰੇ ਖਬਰਾਂ ਛਪੀਆਂ ਤਾਂ ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰਨ ਲਈ ਜੂਝਣ ਵਾਲੇ ਕੁਝ ਨੇਕ ਪੁਰਸ਼ ਤੱਥ ਇਕੱਠੇ ਕਰਨ ਲਈ ਪੰਜਾਬ ਆਏ। ਉਨ੍ਹਾਂ ਵਿੱਚੋਂ ਕੁਝ ਵਿਅਕਤੀਆਂ ਗੌਤਮ ਨਵਲੱਖਾ, ਮਾਨੁਸ਼ੀ ਪਰਚੇ ਦੀ ਸੰਪਾਦਕਾ ਮਧੂ ਕਿਸ਼ਵਰ ਤੇ ਕੁਝ ਹੋਰ ਦਾ ਭਾਈ ਜਸਵੰਤ ਸਿੰਘ ਨਾਲ ਮੇਲ ਹੋ ਗਿਆ ਸੀ। ਜਸਵੰਤ ਸਿੰਘ ਨੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਉਹਨਾਂ ਨਾਲ ਬਹੁਤ ਸਾਰੇ ਥਾਵਾਂ ਤੇ ਜਾ ਕੇ ਫੌਜ ਵੱਲੋਂ ਸਿੱਖਾਂ ਉੱਤੇ ਢਾਹੇ ਜਾ ਰਹੇ ਵਹਿਸ਼ੀ ਜ਼ੁਲਮਾਂ ਦੇ ਠੋਸ ਤੱਥ ਹਾਸਲ ਕਰਨ ਵਿੱਚ ਮਦਦ ਕੀਤੀ ਸੀ। ਜਨਵਰੀ 1986 ਵਿੱਚ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਏ ਸਰਬੱਤ ਖਾਲਸਾ ਦੇ ਭਰਵੇਂ ਇਕੱਠ ਨੇ ਨਾ ਸਿਰਫ ਦਿੱਲੀ ਦੇ ਹਾਕਮਾਂ ਨੂੰ ਫਿਕਰਾਂ ਵਿੱਚ ਪਾ ਦਿੱਤਾ ਸੀ, ਇਸ ਨਾਲ ਭਾਰਤੀ ਰਾਜ ਦੇ ਖੈਰਖੁਆਹ ਬੁੱਧੀਜੀਵੀਆਂ, ਖਾਸ ਕਰਕੇ ਦਿੱਲੀ ਤੇ ਪੰਜਾਬ ਦੇ ਹਿੰਦੂ ਬੁੱਧੀਮਾਨਾਂ, ਪੱਤਰਕਾਰਾਂ ਤੇ ਸੰਪਾਦਕਾਂ ਨੂੰ ਵੀ ਹੌਲ ਪੈਣ ਲੱਗ ਪਏ ਸਨ। ਸਰਬੱਤ ਖਾਲਸਾ ਦੇ ਤੁਰੰਤ ਪਿੱਛੋਂ ਦਿੱਲੀ ਤੋਂ ਪੱਤਰਕਾਰਾਂ ਦੀਆਂ ਟੋਲੀਆਂ ਨੇ ਪੰਜਾਬ ਆ ਕੇ ਹਾਲਾਤ ਦਾ ਜਾਇਜ਼ਾ ਲੈਣਾ ਸ਼ੁਰੂ ਕਰ ਦਿੱਤਾ ਸੀ। ਉਸ ਵੇਲੇ ਤੱਕ ਦਿੱਲੀ ਪੰਜਾਬ ਦੇ ਪੱਤਰਕਾਰ ਭਾਈਚਾਰੇ ਵਿੱਚ ਜਸਵੰਤ ਸਿੰਘ ਦੀ ਮਾਝਾ ਖੇਤਰ ਅੰਦਰ ਜ਼ਮੀਨੀ ਹਕੀਕਤ ਨਾਲ ਜੁੜੇ ਹੋਏ ਅਤੇ ਤੱਥਾਂ ਦੇ ਜਾਣਕਾਰ ਵਿਅਕਤੀ ਵਜੋਂ ਪਛਾਣ ਬਣ ਗਈ ਸੀ, ਜਿਸ ਕਰਕੇ ਜ਼ਿਆਦਾਤਰ ਪੱਤਰਕਾਰ ਹਕੀਕੀ ਜਾਣਕਾਰੀ ਹਾਸਲ ਕਰਨ ਲਈ ਉਸ ਤੱਕ ਪਹੁੰਚ ਕਰਦੇ ਸਨ। ਇਸੇ ਸਿਲਸਿਲੇ ਦੇ ਚੱਲਦਿਆਂ ਜਨਵਰੀ ਦੇ ਅਖੀਰ ਵਿੱਚ ਪ੍ਰਸਿੱਧ ਪੱਤਰਕਾਰ ਕੁਲਦੀਪ ਨਈਅਰ ਨੇ ਸਿੱਖ ਜਗਤ ਦੇ ਸਿਆਸੀ ਰੌਂ ਦੀ ਟੋਹ ਲੈਣ ਲਈ ਜਸਵੰਤ ਸਿੰਘ ਨਾਲ ਸੰਪਰਕ ਕੀਤਾ ਅਤੇ ਉਸ ਨੂੰ ਨਾਲ ਲੈ ਕੇ ਦਿਨ ਭਰ ਸਰਹੱਦੀ ਖੇਤਰ ਦਾ ਦੌਰਾ ਕੀਤਾ। ਉਸਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤੇ ਖਾਲਿਸਤਾਨ ਬਾਰੇ ਸਿੱਖਾਂ ਦੇ ਵਿਚਾਰ ਜਾਣਨ ਵਿੱਚ ਵਿਸ਼ੇਸ਼ ਉਤਸੁਕਤਾ ਦਿਖਾਈ ਸੀ। ਬ੍ਰਹਮਪੁਰਾ ਕਾਂਡ 1986। 1986 ਵਿੱਚ ਕੇਂਦਰੀ ਰਿਜ਼ਰਵ ਪੁਲਿਸ ਫੋਰਸ ਨੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਬਾਨੀ ਮੁਖੀ ਭਾਈ ਅਵਤਾਰ ਸਿੰਘ ਬ੍ਰਹਮਾ ਨੂੰ ਫੜਨ ਲਈ ਸਰਹਾਲੀ ਖੇਤਰ ਅੰਦਰ ਦਹਿਸ਼ਤ ਦਾ ਮਾਹੌਲ ਪੈਦਾ ਕਰ ਰੱਖਿਆ ਸੀ। CRP ਦੀ ਇੱਕ ਪੂਰੀ ਪਲਟਣ ਪਿੰਡ ਬ੍ਰਹਮਪੁਰਾ ਵਿੱਚ ਪੱਕੇ ਤੌਰ ਤੇ ਤੈਨਾਤ ਕੀਤੀ ਗਈ ਸੀ। ਭਾਈ ਬ੍ਰਹਮਾ ਨੂੰ ਸ਼ਰਨ ਦੇਣ ਦੇ ਦੋਸ਼ ਹੇਠ, ਜਿਸ ਨੂੰ ਮਰਜ਼ੀ ਥਾਣੇ ਲਿਜਾ ਕੇ ਬੇਰਹਿਮੀ ਨਾਲ ਕੁਟਾਪਾ ਚਾੜਿਆ ਤੇ ਜਲੀਲ ਕੀਤਾ ਜਾਂਦਾ ਸੀ। ਭਾਈ ਬ੍ਰਹਮਾ ਦੇ ਪਰਿਵਾਰ, ਖਾਸ ਕਰਕੇ ਉਸ ਦੇ ਭਰਾਵਾਂ ਦਾ ਤਾਂ ਜਿਉਣਾ ਹੀ ਦੁੱਭਰ ਕਰ ਦਿੱਤਾ ਸੀ। ਉਹਨਾਂ ਨੂੰ ਵਾਰ-ਵਾਰ ਪੁੱਛਿਆ ਜਾਂਦਾ ਸੀ ਕਿ ਅਵਤਾਰ ਸਿੰਘ ਕਿੱਥੇ ਹੈ। ਇਸ ਸਥਿਤੀ ਤੋਂ ਅੱਕ ਕੇ ਭਾਈ ਬ੍ਰਹਮਾ ਨੇ ਇੱਕ ਦਿਨ ਆਪਣੇ ਕੁਝ ਖਾੜਕੂ ਸਾਥੀਆਂ ਨਾਲ ਰਲ ਕੇ ਰਾਤ ਨੂੰ ਪਿੰਡ ਦੇ ਗੁਰਦੁਆਰੇ ਦੇ ਲਾਊਡ ਸਪੀਕਰ ਤੋਂ ਪਿੰਡ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਸੀ, ਨਗਰ ਨਿਵਾਸੀਓ, ਮੈਂ ਤੁਹਾਡਾ ਅਵਤਾਰ ਸਿੰਘ ਬੋਲ ਰਿਹਾ। ਮੈਨੂੰ ਪਤਾ ਹੈ ਕਿ ਮੇਰੀ ਵਜ੍ਹਾ ਕਰਕੇ CRP ਤੁਹਾਨੂੰ ਤੰਗ ਕਰਦੀ ਹੈ ਅਤੇ ਤੁਹਾਡੇ ਕੋਲੋਂ ਮੇਰੇ ਠਿਕਾਣਿਆਂ ਬਾਰੇ ਪੁੱਛਦੀ ਹੈ। ਮੈਂ CRP ਨੂੰ ਚੁਣੌਤੀ ਦਿੰਦਾ ਕਿ ਜੇਕਰ ਤੁਹਾਡੇ ਵਿੱਚ ਹਿੰਮਤ ਹੈ ਤਾਂ ਆਓ ਅਵਤਾਰ ਸਿੰਘ ਬ੍ਰਹਮਾ ਨੂੰ ਫੜ ਲਓ। ਨਿਰਦੋਸ਼ੇ ਪਿੰਡ ਵਾਸੀਆਂ ਨੂੰ ਤੰਗ ਕਰਨ ਵਿੱਚ ਕੋਈ ਬਹਾਦਰੀ ਨਹੀਂ। ਆਓ ਅੱਜ ਬਹਾਦਰੀ ਦਾ ਨਿਤਾਰਾ ਕਰ ਲਈਏ। ਤੁਹਾਡੇ ਕੋਲ ਵੀ ਹਥਿਆਰ ਨੇ ਤੇ ਸਾਡੇ ਕੋਲ ਵੀ ਸ਼ਸਤਰ ਨੇ।
ਆ ਜਾਓ, ਅੱਜ ਅਸਲੀ ਮੁਕਾਬਲਾ ਹੋ ਜਾਵੇ ਅਤੇ ਸਵੇਰੇ ਤੁਸੀਂ ਸਾਡੇ ਸਿੰਘਾਂ ਵੱਲੋਂ ਲੰਮੇ ਪਾਏ ਆਪਣੇ ਬੰਦਿਆਂ ਦੀਆਂ ਲਾਸ਼ਾਂ ਗਿਣ ਲਿਓ। ਆਓ ਏ CRP ਵਾਲਿਓ, ਤੁਹਾਨੂੰ ਦਿੱਲੀ ਦੀ ਤਾਕਤ ਤੇ ਉਸ ਦੀਆਂ ਫੌਜਾਂ ਦਾ ਗੁਮਾਨ ਹੈ ਅਤੇ ਸਾਨੂੰ ਸਾਡੇ ਗੁਰੂ ਉੱਤੇ ਮਾਣ ਹੈ। ਅਸੀਂ 10ਮ ਪਾਤਸ਼ਾਹ ਦੇ ਪੁੱਤਰ ਹਾਂ ਅਤੇ ਕੱਲੇ-ਕੱਲੇ 1.25 ਲੱਖ ਨਾਲ ਟੱਕਰ ਸਕਦੇ ਹਾਂ। ਭਾਈ ਅਵਤਾਰ ਸਿੰਘ ਦੀ ਆਵਾਜ਼ ਸਾਰੇ ਪਿੰਡ ਨੇ ਸੁਣੀ। CRP ਦਾ ਕੈਂਪ ਵੀ ਪਿੰਡ ਵਿੱਚ ਹੀ ਸੀ। ਉਸਨੇ ਕਾਫੀ ਸਮੇਂ ਤੱਕ CRP ਦੇ ਜਵਾਬ ਦੀ ਉਡੀਕ ਕੀਤੀ, ਪਰ ਜਦੋਂ CRP ਵੱਲੋਂ ਕੋਈ ਜਵਾਬ ਨਾ ਆਇਆ ਤਾਂ ਉਹ ਇੱਕ ਵਾਰ ਫਿਰ ਲਾਊਡ ਸਪੀਕਰ ਤੋਂ ਉਸੇ ਗੜਕਦੀ ਆਵਾਜ਼ ਨਾਲ ਬੋਲਿਆ, CRP ਵਾਲਿਓ, ਆਪਣੇ ਕੁਆਟਰਾਂ ਚੋਂ ਜ਼ਰਾ ਬਾਹਰ ਨਿਕਲੋ। ਗੁਰੂ ਦਾ ਇੱਕ ਸਿੰਘ ਤੁਹਾਨੂੰ ਉਡੀਕ ਰਿਹਾ ਹੈ। ਜਿਹੜਾ ਬ੍ਰਹਮਾ ਤੁਹਾਨੂੰ ਮੰਡ ਦੀ ਛਾਣਬੀਣ ਕਰਦਿਆਂ ਨਹੀਂ ਲੱਭਿਆ ਸੀ, ਉਹ ਬ੍ਰਹਮਾ ਹੁਣ ਤੁਹਾਡੀ ਉਡੀਕ ਕਰ ਰਿਹਾ ਹੈ। ਮੈਂ ਨਿਰਦੋਸ਼ਾਂ ਦਾ ਲਹੂ ਵਹਾਉਣ ਦੇ ਹੱਕ ਵਿੱਚ ਨਹੀਂ ਹਾਂ ਅਤੇ ਨਾ ਹੀ ਮੈਂ ਨਿਹੱਥਿਆਂ ਉੱਤੇ ਵਾਰ ਕਰਦਾ। ਮੈਂ ਹੁਣ ਇੱਥੇ ਤੁਹਾਨੂੰ ਮਿਲਣ ਲਈ ਖੜਾ। CRP ਵਾਲਿਓ, ਤੁਸੀਂ ਮੈਨੂੰ ਜਦੋਂ ਚਾਹੋ ਤੇ ਜਿਵੇਂ ਮਰਜ਼ੀ ਮਿਲ ਸਕਦੇ ਹੋ। ਤੁਸੀਂ ਨਿਰਦੋਸ਼ਾਂ ਨੂੰ ਤੰਗ ਕਰਨਾ ਬੰਦ ਕਰੋ ਅਤੇ ਬ੍ਰਹਮੇ ਦੇ ਸਾਹਮਣੇ ਆ ਕੇ ਆਪਣੀ ਸੂਰਮਗਤੀ ਦਿਖਾਉਣ ਦੀ ਰੀਝ ਪੂਰੀ ਕਰ ਲਵੋ। ਇਹ ਆਖਦਿਆਂ ਭਾਈ ਬ੍ਰਹਮਾ ਨੇ ਉੱਚੀ ਆਵਾਜ਼ ਨਾਲ ਫਤਿਹ ਗਜਾਈ। ਉਹ 25 ਮਿੰਟਾਂ ਤੱਕ ਲਾਊਡ ਸਪੀਕਰ ਤੋਂ ਬੋਲਦਾ ਰਿਹਾ ਅਤੇ ਫਿਰ 1 ਘੰਟੇ ਤੱਕ CRP ਦਾ ਜਵਾਬ ਉਡੀਕਦਾ ਰਿਹਾ, ਪਰ ਜਦੋਂ ਕੋਈ ਜਵਾਬ ਨਾ ਮਿਲਿਆ ਤਾਂ ਉਸਨੇ ਤੇ ਉਸਦੇ ਸਾਥੀ ਸਿੰਘਾਂ ਨੇ ਜੈਕਾਰਿਆਂ ਦੀ ਗੂੰਜ ਵਿੱਚ ਪਿੰਡ ਤੋਂ ਚਾਲੇ ਪਾ ਦਿੱਤੇ ਸਨ। CRP ਵਾਲੇ ਇੰਨੇ ਦਹਿਲ ਗਏ ਸਨ ਕਿ ਉਹ ਕਈ ਘੰਟਿਆਂ ਤੱਕ ਅੰਦਰੇ ਹੀ ਦੜੇ ਰਹੇ ਅਤੇ ਜਦੋਂ ਇਹ ਪੱਕਾ ਯਕੀਨ ਹੋ ਗਿਆ ਕਿ ਸਿੰਘ ਚਲੇ ਗਏ ਹਨ ਤਾਂ ਉਹਨਾਂ ਨੇ ਬੁਖਲਾਹਟ ਵਿੱਚ ਆ ਕੇ ਪਿੰਡ ਉੱਤੇ ਧਾਵਾ ਬੋਲ ਦਿੱਤਾ। ਭਾਈ ਅਵਤਾਰ ਸਿੰਘ ਬ੍ਰਹਮਾ ਦੀ ਦੀਦਾ ਦਲੇਰੀ ਤੋਂ ਚਿੜੀ ਤੇ ਛਿੱਥੀ ਪਈ ਪੁਲਿਸ ਨੇ ਆਪਣਾ ਗੁੱਸਾ ਪਿੰਡ ਦੇ ਨਿਰਦੋਸ਼ ਤੇ ਨਿਹੱਥੇ ਲੋਕਾਂ ਉੱਤੇ ਕੱਢਿਆ। ਰਾਤ ਦੇ ਹਨੇਰੇ ਵਿੱਚ ਘਰਾਂ ਦੇ ਅੰਦਰ ਵੜ ਕੇ ਪਰਿਵਾਰਾਂ ਦੇ ਸਾਹਮਣੇ ਬਜ਼ੁਰਗਾਂ ਦੀ ਕੁੱਟਮਾਰ ਤੇ ਬੇਇੱਜ਼ਤੀ ਕੀਤੀ ਗਈ। ਸਿੱਖ ਬੀਬੀਆਂ ਦੀ ਪੱਤ ਰੋਲੀ ਗਈ। ਮਾਸੂਮ ਬੱਚਿਆਂ ਨੂੰ ਵੀ ਨਾ ਬਖਸ਼ਿਆ ਗਿਆ। ਬੂਟਾਂ ਸਮੇਤ ਗੁਰਦੁਆਰਾ ਸਾਹਿਬ ਦੇ ਅੰਦਰ ਵੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਘੋਰ ਬੇਅਦਬੀ ਕੀਤੀ ਗਈ। ਗੁੱਸੇ ਵਿੱਚ ਪਾਗਲ ਹੋਏ ਪੁਲਸੀਆਂ ਨੇ ਸਾਰੀ ਰਾਤ ਪਿੰਡ ਵਿੱਚ ਵਹਿਸ਼ਤ ਦਾ ਨੰਗਾ ਨਾਚ ਕੀਤਾ। ਜਦੋਂ ਸਿੱਖ ਜਗਤ ਕੋਲ CRPF ਦੀ ਇਸ ਵਹਿਸ਼ੀਆਨਾ ਕਰਤੂਤ ਦੀ ਖਬਰ ਪਹੁੰਚੀ ਤਾਂ ਚਾਰੇ ਪਾਸੇ ਗੁੱਸੇ ਦੀ ਵਿਆਪਕ ਲਹਿਰ ਪੈਦਾ ਹੋ ਗਈ ਸੀ। ਅਗਲੇ ਦਿਨ ਲੋਕ ਆਪ ਮੁਹਾਰੇ ਬ੍ਰਹਮਪੁਰਾ ਪਿੰਡ ਵਿੱਚ ਪੁੱਜਣੇ ਸ਼ੁਰੂ ਹੋ ਗਏ ਸਨ। ਰਵਾਇਤੀ ਅਕਾਲੀ ਆਗੂਆਂ ਤੋਂ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਤਤਕਾਲੀ ਜਥੇਦਾਰ ਪ੍ਰੋਫੈਸਰ ਦਰਸ਼ਨ ਸਿੰਘ ਖਾਲਸਾ ਤੱਕ ਸਾਰਿਆਂ ਨੇ ਬ੍ਰਹਮਪੁਰਾ ਪਿੰਡ ਪਹੁੰਚ ਕੇ ਪੁਲਿਸ ਦੀ ਬੁਰਸ਼ਾਗਰਦੀ ਦੀ ਸਖਤ ਭਾਸ਼ਾ ਵਿੱਚ ਨਿੰਦਿਆ ਕੀਤੀ ਅਤੇ ਦੋਸ਼ੀ ਪੁਲਸੀਆਂ ਦੀ ਫੌਰੀ ਗ੍ਰਿਫਤਾਰੀ ਦੀ ਮੰਗ ਕਰਦਿਆਂ ਪਿੰਡ ਵਿੱਚ ਰੋਸ ਧਰਨਾ ਸ਼ੁਰੂ ਕਰ ਦਿੱਤਾ। ਭਾਈ ਜਸਵੰਤ ਸਿੰਘ ਖਾਲੜਾ ਵੀ ਆਪਣੇ ਦਰਜਨਾਂ ਸਾਥੀਆਂ ਸਮੇਤ ਰੋਸ ਧਰਨੇ ਵਿੱਚ ਸ਼ਾਮਲ ਹੋਏ ਸਨ ਅਤੇ ਉਹਨਾਂ ਨੇ ਇੱਕ ਕਦਮ ਅੱਗੇ ਵਧਦੇ ਹੋਏ ਦੋਸ਼ੀ ਕਰਮਚਾਰੀਆਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕਰਦਿਆਂ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਤੇ ਬੈਠਣ ਦਾ ਐਲਾਨ ਕਰ ਦਿੱਤਾ ਸੀ। ਪਰ ਦੋਸ਼ੀ ਕਰਮਚਾਰੀਆਂ ਨੂੰ ਗ੍ਰਿਫਤਾਰ ਕਰਨ ਦੀ ਬਜਾਏ ਪੁਲਿਸ ਨੇ ਭੁੱਖ ਹੜਤਾਲ ਤੇ ਬੈਠੇ ਭਾਈ ਜਸਵੰਤ ਸਿੰਘ ਨੂੰ ਹੀ ਗ੍ਰਿਫਤਾਰ ਕਰ ਲਿਆ ਸੀ। ਉਸ ਨੂੰ ਤਰਨਤਾਰਨ ਦੇ ਥਾਣੇ ਵਿੱਚ ਲਿਜਾ ਕੇ 4 ਦਿਨਾਂ ਤੱਕ ਜਿਸਮਾਨੀ ਤੇ ਮਾਨਸਿਕ ਤਸੀਹੇ ਦੇਣ ਤੋਂ ਬਾਅਦ ਝੂਠੇ ਦੋਸ਼ ਮੜ ਕੇ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿੱਚ ਭੇਜ ਦਿੱਤਾ ਸੀ। ਉਸ ਵਕਤ KPS ਗਿੱਲ ਪੰਜਾਬ ਵਿੱਚ CRP ਦਾ ਮੁਖੀ IG ਅਤੇ JF ਰਿਬੇਰੋ ਪੰਜਾਬ ਪੁਲਿਸ ਦਾ ਮੁਖੀ DGP ਸੀ। ਰਿਬੇਰੋ ਨੇ ਕੇਂਦਰ ਸਰਕਾਰ ਕੋਲ CRP ਦੇ ਬ੍ਰਹਮਪੁਰਾ ਕਾਂਡ ਲਈ ਦੋਸ਼ੀ ਕਰਮਚਾਰੀਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਸਿਫਾਰਿਸ਼ ਕਰ ਦਿੱਤੀ ਸੀ, ਪਰ KPS ਗਿੱਲ ਨੇ ਜ਼ਿੱਦ ਕਰਕੇ ਆਪਣੇ ਜਵਾਨਾਂ ਨੂੰ ਕਾਨੂੰਨੀ ਕਾਰਵਾਈ ਤੋਂ ਸਾਫ਼ ਬਚਾ ਲਿਆ ਸੀ। ਖਾਲੜੇ ਤੋਂ ਚੰਡੀਗੜ੍ਹ ਤੱਕ ਸਾਈਕਲ ਮਾਰਚ। 1988 ਵਿੱਚ ਪੰਜਾਬ ਮਸਲੇ ਦੇ ਅਮਨਪੂਰਵਕ ਹੱਲ ਦੇ ਪੱਖ ਵਿੱਚ ਜਨਤਕ ਰਾਏ ਬਣਾਉਣ ਲਈ ਜਸਵੰਤ ਸਿੰਘ ਖਾਲੜਾ ਨੇ IDP ਦੇ ਵਰਕਰਾਂ ਦਾ ਇੱਕ ਵੱਡਾ ਕਾਫਲਾ ਬਣਾ ਕੇ
ਖਾਲੜੇ ਤੋਂ ਲੈ ਕੇ ਚੰਡੀਗੜ੍ਹ ਤੱਕ ਸਾਈਕਲ ਮਾਰਚ ਕੀਤਾ ਸੀ। ਬੈਨਰਾਂ ਤੇ ਝੰਡਿਆਂ ਨਾਲ ਸਜਾਇਆ ਗਿਆ ਇਹ ਮਾਰਚ ਖਾਲੜਾ ਤੋਂ ਚੱਲ ਕੇ ਭਿੱਖੀਵਿੰਡ, ਪੱਟੀ ਤਰਨਤਾਰਨ, ਗੋਇੰਦਵਾਲ ਸਾਹਿਬ, ਕਪੂਰਥਲਾ, ਜਲੰਧਰ, ਨਵਾਂ ਸ਼ਹਿਰ ਤੇ ਰੋਪੜ ਹੁੰਦਾ ਹੋਇਆ ਚੰਡੀਗੜ੍ਹ ਜਾ ਕੇ ਸਮਾਪਤ ਹੋਇਆ ਸੀ। ਮਾਰਚ ਦਾ ਮੁੱਖ ਨਾਅਰਾ ਇਹ ਸੀ, ਪੰਜਾਬ ਮਸਲੇ ਦਾ ਹੱਲ ਕਰੋ, ਖਾੜਕੂਆਂ ਨਾਲ ਗੱਲ ਕਰੋ। ਇਸੇ ਤਹਿਤ ਭਾਈ ਜਸਵੰਤ ਸਿੰਘ ਦੀ ਅਗਵਾਈ ਹੇਠ 5 ਵਰਕਰਾਂ ਦੇ ਜਥੇ ਨੇ ਪੱਟੀ ਵਿਖੇ 70 ਘੰਟੇ ਦੀ ਭੁੱਖ ਹੜਤਾਲ ਰੱਖੀ ਸੀ, ਜਿਸ ਵਿੱਚ ਇਹ ਮੁੱਖ ਮੰਗ ਕੀਤੀ ਗਈ ਸੀ ਕਿ ਝੂਠੇ ਮੁਕਾਬਲੇ ਬੰਦ ਕਰੋ, ਖਾੜਕੂਆਂ ਨਾਲ ਗੱਲ ਕਰੋ। ਉਸ ਵੇਲੇ IDP ਨੇ ਇਹ ਸਿਧਾਂਤਕ ਪੋਜੀਸ਼ਨ ਲਈ ਸੀ ਕਿ ਪੰਜਾਬ ਨੂੰ ਪੂਰਨ ਖੁਦਮੁਖਤਿਆਰੀ ਭਾਵ ਆਟੋਨੋਮੀ ਦਿੱਤੀ ਜਾਵੇ ਅਤੇ ਯੂਰੋਪੀਅਨ ਯੂਨੀਅਨ ਦੀ ਤਰਜ਼ ਤੇ ਭਾਰਤ, ਕਸ਼ਮੀਰ ਤੇ ਪਾਕਿਸਤਾਨ ਦੀ ਕਨਫੈਡਰੇਸ਼ਨ ਬਣਾਈ ਜਾਵੇ। ਜਨਵਰੀ 1999 ਵਿੱਚ IDP ਵੱਲੋਂ ਅੰਮ੍ਰਿਤਸਰ ਬੱਸ ਅੱਡੇ ਦੇ ਸਾਹਮਣੇ ਨਗਰ ਨਿਗਮ ਦੇ ਗੁਰੂ ਨਾਨਕ ਭਵਨ ਵਿੱਚ ਭਾਰਤ ਪਾਕ ਕਸ਼ਮੀਰ ਕਨਫੈਡਰੇਸ਼ਨ ਦੇ ਹੱਕ ਵਿੱਚ ਕਨਵੈਨਸ਼ਨ ਰੱਖੀ ਗਈ ਸੀ, ਜਿਸ ਵਿੱਚ ਲਾਹੌਰ ਤੋਂ ਮਨੁੱਖੀ ਹੱਕਾਂ ਲਈ ਲੜਨ ਵਾਲੀ ਪ੍ਰਸਿੱਧ ਵਕੀਲ ਆਸਮਾ ਜਹਾਂਗੀਰ ਅਤੇ ਪਾਕਿਸਤਾਨ ਟਾਈਮਜ਼ ਦੇ ਸੰਪਾਦਕ AR ਰਹਿਮਾਨ ਨੂੰ ਉਚੇਚਾ ਬੁਲਾਇਆ ਗਿਆ ਸੀ। ਪਰ ਅਚਾਨਕ ਅੰਮ੍ਰਿਤਸਰ ਵਿੱਚ ਕਰਫਿਊ ਲੱਗ ਜਾਣ ਕਰਕੇ ਇਹ ਕਨਵੈਨਸ਼ਨ ਮੁਲਤਵੀ ਕਰਨੀ ਪੈ ਗਈ ਸੀ। ਜਸਵੰਤ ਸਿੰਘ ਵੱਲੋਂ ਕਨਵੈਨਸ਼ਨ ਲਈ ਜਮ੍ਹਾਂ ਕੀਤੀ ਗਈ ਫੀਸ ਦਾ ਵੇਰਵਾ ਅਜੇ ਵੀ ਨਗਰ ਨਿਗਮ ਦੇ ਰਜਿਸਟਰ ਵਿੱਚ ਦਰਜ ਹੈ। CRP ਖਿਲਾਫ ਮੋਰਚਾ। ਪੰਜਾਬ ਅੰਦਰ ਖਾੜਕੂ ਲਹਿਰ ਨੂੰ ਵਹਿਸ਼ੀ ਜ਼ਬਰ ਨਾਲ ਕੁਚਲਣ ਲਈ ਭਾਰਤੀ ਹਾਕਮਾਂ ਨੇ ਵੱਡੀ ਸੰਖਿਆ ਵਿੱਚ ਕੇਂਦਰੀ ਰਿਜ਼ਰਵ ਪੁਲਿਸ ਫੋਰਸ CRPF ਤੈਨਾਤ ਕਰ ਦਿੱਤੀ ਸੀ। ਜਿੱਥੇ ਵੀ ਕੋਈ ਥਾਂ ਖਾਲੀ ਦਿਸਦਾ ਸੀ, ਸਕੂਲਾਂ, ਕਾਲਜਾਂ, ਬੱਸ ਅੱਡਿਆਂ, ਕਚਹਿਰੀਆਂ, ਸਰਕਾਰੀ ਦਫ਼ਤਰਾਂ ਦੇ ਅਹਾਤਿਆਂ ਵਿੱਚ ਉੱਥੇ CRP ਦੇ ਠਿਕਾਣੇ ਬਣਾਏ ਗਏ ਸਨ। ਪੱਟੀ ਨੇੜੇ ਘਰਿਆਲਾ ਪਿੰਡ ਦੇ ਸਰਕਾਰੀ ਗਰਲਜ਼ ਹਾਈ ਸਕੂਲ ਦੀਆਂ ਗਰਾਊਂਡਾਂ ਵਿੱਚ ਵੀ CRP ਦਾ ਕੈਂਪ ਬਣਾਇਆ ਗਿਆ ਸੀ। CRP ਦੇ ਜਵਾਨ ਬਾਹਰ ਨਲਕੇ ਤੇ ਨਹਾਉਂਦੇ ਸਨ ਅਤੇ ਨਹਾਉਣ ਤੋਂ ਬਾਅਦ ਅੱਧ-ਨੰਗੇ ਹੋ ਕੇ ਗਰਾਊਂਡ ਵਿੱਚ ਗੇੜੇ ਕੱਢਦੇ ਰਹਿੰਦੇ ਸਨ ਤੇ ਆਪਣੀ ਫਿਤਰਤ ਅਨੁਸਾਰ ਸਕੂਲ ਦੀਆਂ ਬੱਚੀਆਂ ਵੱਲ ਭੈੜੀਆਂ ਨਜ਼ਰਾਂ ਨਾਲ ਤੱਕਦੇ ਰਹਿੰਦੇ ਸਨ। ਕੁੜੀਆਂ ਇਸ ਅਸ਼ਲੀਲਤਾ ਤੋਂ ਤੰਗ ਆ ਗਈਆਂ ਸਨ ਅਤੇ ਉਹਨਾਂ ਹੌਕੇ ਲੈਂਦਿਆਂ ਆਪਣਾ ਦੁੱਖ ਮਾਪਿਆਂ ਅੱਗੇ ਰੋਇਆ। ਮਾਪਿਆਂ ਨੇ ਪੰਚਾਇਤ ਕੋਲ ਸ਼ਿਕਾਇਤ ਕੀਤੀ, ਪਰ ਉਸ ਵੇਲੇ ਪੰਚਾਇਤਾਂ ਹਕੂਮਤੀ ਦਹਿਸ਼ਤ ਦੇ ਦਾਅਵੇ ਹੇਠ ਸਨ ਅਤੇ ਪੁਲਿਸ ਦੀ ਬੁਰਸ਼ਾਗਰਦੀ ਦੇ ਖਿਲਾਫ ਬੋਲਣ ਦੀ ਜ਼ੁਰਤ ਕਰਨ ਵਾਲੇ ਵਿਰਲੇ ਵਿਅਕਤੀ ਸਨ। ਚਲਦੀ ਇਹ ਗੱਲ ਭਾਈ ਜਸਵੰਤ ਸਿੰਘ ਕੋਲ ਵੀ ਪਹੁੰਚ ਗਈ ਸੀ। ਪਿੰਡ ਅੰਦਰ ਉਸਦੇ ਕੁਝ ਨਿਡਰ ਸਾਥੀ ਸਨ, ਜਿਹੜੇ ਹਰ ਸਰਗਰਮੀ ਵਿੱਚ ਉਸਦਾ ਦ੍ਰਿੜਤਾ ਤੇ ਅਡੋਲਤਾ ਨਾਲ ਸਾਥ ਦਿੰਦੇ ਸਨ। ਆਪਣੇ ਸਾਥੀਆਂ ਨਾਲ ਰਾਏ ਮਸ਼ਵਰਾ ਕਰਕੇ ਜਸਵੰਤ ਸਿੰਘ ਨੇ CRP ਨੂੰ ਸਕੂਲ ਵਿੱਚੋਂ ਬਾਹਰ ਕੱਢਣ ਲਈ ਮੋਰਚਾ ਲਾਉਣ ਦਾ ਫੈਸਲਾ ਕਰ ਲਿਆ ਸੀ। ਇਹ 1999 ਦੀ ਗੱਲ ਹੈ, ਜਦੋਂ ਮਾਝੇ ਅੰਦਰ ਖਾੜਕੂ ਲਹਿਰ ਦਾ ਪੂਰਾ ਦਬਦਬਾ ਸੀ ਅਤੇ ਸਰਕਾਰੀ ਹਥਿਆਰਬੰਦ ਤਾਕਤਾਂ ਖਾੜਕੂਆਂ ਦਾ ਭੈ ਮੰਨਣ ਲੱਗ ਪਈਆਂ ਸਨ। ਜਸਵੰਤ ਸਿੰਘ ਨੇ ਆਪਣੇ ਸਾਥੀਆਂ ਨਾਲ ਰਲ ਕੇ ਲੜਕੀਆਂ ਦੇ ਮਾਪਿਆਂ ਤੇ ਪਿੰਡ ਦੇ ਹੋਰਨਾਂ ਲੋਕਾਂ ਤੱਕ ਪਹੁੰਚ ਕੀਤੀ ਅਤੇ ਸਕੂਲ 'ਚੋਂ CRP ਦਾ ਕੈਂਪ ਉਠਾਉਣ ਲਈ ਲੋਕ ਰਾਏ ਲਾਮਬੰਦ ਕੀਤੀ। ਮਸਲਾ ਭਖਾਉਣ ਲਈ ਲੜਾਈ ਦਾ ਦਾਅ ਪੇਚ ਅਪਣਾਉਂਦਿਆਂ ਸਕੂਲ ਵਿੱਚ ਅਖੰਡ ਪਾਠ ਆਰੰਭ ਕਰ ਦਿੱਤਾ ਸੀ। ਮਸਲਾ ਵੱਧਦਾ ਦੇਖ ਕੇ CRP ਦੇ ਕਮਾਂਡਰ ਕੈਂਪ ਨੂੰ ਨਾਲ ਲੱਗਦੇ ਮਾਤਾ ਦੇ ਮੰਦਿਰ ਵਿੱਚ ਲਿਜਾਣ ਲਈ ਰਜ਼ਾਮੰਦ ਹੋ ਗਏ, ਜਿਸ ਸਦਕਾ ਜਿੱਤ ਦੇ ਮਾਹੌਲ ਵਿੱਚ ਅਖੰਡ ਪਾਠ ਦੇ ਭੋਗ ਤੇ ਲੋਕਾਂ ਦਾ ਪ੍ਰਭਾਵਸ਼ਾਲੀ ਇਕੱਠ ਹੋ ਗਿਆ ਸੀ। CRP ਦੇ ਸਿਪਾਹੀ ਭਾਈ ਜਸਵੰਤ ਸਿੰਘ ਉੱਤੇ ਦੰਦੀਆਂ ਕਰੀਚ ਰਹੇ ਸਨ। ਉਹਨਾਂ ਨੇ ਪਿੰਡ ਦੇ ਲੋਕਾਂ ਨੂੰ ਜਸਵੰਤ ਸਿੰਘ ਦੇ ਵਿਰੁੱਧ ਕਰਨ ਲਈ ਇਹ ਗੱਲ ਚਲਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਕੁੜੀਆਂ ਘਰਿਆਲੇ ਪਿੰਡ ਦੀਆਂ ਹਨ ਤੇ ਬੇਗਾਨੇ ਪਿੰਡ ਦੇ ਇਸ ਬੰਦੇ ਦੀਆਂ ਇਹ ਕੀ ਲੱਗਦੀਆਂ ਨੇ। ਭੋਗ ਮੌਕੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਭਾਈ ਜਸਵੰਤ ਸਿੰਘ ਨੇ ਥੋੜਾ ਹਟਵਾਂ ਹੋ ਕੇ ਖੜੇ ਤੇ ਉਸ ਦੇ ਬੋਲਾਂ ਨੂੰ ਕੰਨ ਲਾ ਕੇ ਸੁਣ ਰਹੇ CRP ਦੇ ਕਰਿੰਦਿਆਂ ਨੂੰ ਮੁਖਾਤਿਬ ਹੁੰਦਿਆਂ ਗਰਜਵੀਂ ਆਵਾਜ਼ ਵਿੱਚ ਕਿਹਾ ਸੀ,
ਕਿ ਤੁਸੀਂ ਪੁੱਛ ਰਹੇ ਹੋ ਕਿ ਇਹ ਕੁੜੀਆਂ ਮੇਰੀਆਂ ਕੀ ਲੱਗਦੀਆਂ ਨੇ। ਮੈਂ ਤੁਹਾਨੂੰ ਮੋੜਵਾਂ ਸਵਾਲ ਕਰਦਾ ਕਿ ਭਲਾ ਦ੍ਰੋਪਦੀ ਕ੍ਰਿਸ਼ਨ ਦੀ ਕੀ ਲੱਗਦੀ ਸੀ। ਕ੍ਰਿਸ਼ਨ ਸਾਹਮਣੇ ਮਸਲਾ ਔਰਤ ਦੀ ਰੁਲ ਰਹੀ ਪੱਤ ਦੀ ਰੱਖਿਆ ਕਰਨ ਦਾ ਸੀ। ਇੱਥੇ ਇਹਨਾਂ ਕੁੜੀਆਂ ਨਾਲ ਵੀ ਮੇਰਾ ਇਹੀ ਰਿਸ਼ਤਾ ਹੈ। ਇਹ ਸੁਣ ਕੇ CRP ਦੇ ਜਵਾਨਾਂ ਨੇ ਸ਼ਰਮਿੰਦੇ ਹੋ ਕੇ ਨੀਵੀਆਂ ਪਾ ਲਈਆਂ ਸਨ। ਭਾਈ ਜਸਵੰਤ ਸਿੰਘ ਦੇ ਹੌਸਲੇ ਤੇ ਜੋਸ਼ੀਲੇ ਬੋਲਾਂ ਤੋਂ ਉਤਸ਼ਾਹਤ ਹੋ ਕੇ ਭੋਗ ਪੈਣ ਤੋਂ ਬਾਅਦ ਜੈਕਾਰੇ ਗੁਜਾਉਂਦੀਆਂ ਬੱਚੀਆਂ ਨੇ ਸਕੂਲ ਵਿੱਚ ਬਣਾਏ CRP ਦੇ ਮੋਰਚਿਆਂ ਉੱਤੇ ਧਾਵਾ ਬੋਲ ਦਿੱਤਾ ਸੀ ਅਤੇ ਪਲਾਂ ਵਿੱਚ ਹੀ ਸਾਰੇ ਮੋਰਚੇ ਢਾਹ ਕੇ ਧਰਤੀ ਵਿੱਚ ਮਿਲਾ ਦਿੱਤੇ ਸਨ। ਹਕੂਮਤੀ ਜ਼ਬਰ ਤੇ ਦਹਿਸ਼ਤ ਦੇ ਉਸ ਕਾਲੇ ਦੌਰ ਵਿੱਚ ਸਮੁੱਚੇ ਪੰਜਾਬ ਅੰਦਰ ਇਹ ਆਪਣੀ ਕਿਸਮ ਦੀ ਇੱਕੋ ਇੱਕ ਘਟਨਾ ਸੀ, ਜਦੋਂ CRP ਨੂੰ ਸ਼ਰੇਆਮ ਲੋਕਾਂ ਸਾਹਮਣੇ ਜ਼ਲੀਲ ਹੋ ਕੇ ਪਿੱਛੇ ਹਟਣਾ ਪਿਆ ਸੀ। ਇਸੇ ਤਰ੍ਹਾਂ ਪੱਟੀ ਕਾਲਜ ਦਾ ਹੋਸਟਲ ਵੀ CRP ਨੇ ਮੱਲਿਆ ਹੋਇਆ ਸੀ। ਜਸਵੰਤ ਸਿੰਘ ਨੇ ਕਾਲਜ ਦੇ ਆਪਣੀ ਜਾਣ ਪਛਾਣ ਵਾਲੇ ਵਿਦਿਆਰਥੀਆਂ ਨੂੰ ਇਹ ਮਸਲਾ ਪ੍ਰਿੰਸੀਪਲ ਕੋਲ ਉਠਾਉਣ ਦੀ ਸਲਾਹ ਦਿੱਤੀ। ਜਦੋਂ ਵਿਦਿਆਰਥੀਆਂ ਨੇ ਇਸ ਬਾਰੇ ਪ੍ਰਿੰਸੀਪਲ ਨਾਲ ਗੱਲ ਕੀਤੀ ਤਾਂ ਉਸਨੇ ਇਹ ਬਹਾਨਾ ਲਾਇਆ ਕਿ ਕਿਉਂਕਿ ਹੋਸਟਲ ਵਿੱਚ ਕੋਈ ਵਿਦਿਆਰਥੀ ਨਹੀਂ ਰਹਿੰਦਾ, ਜਿਸ ਕਰਕੇ ਸਾਡੇ ਕੋਲ CRP ਨੂੰ ਮਨ੍ਹਾ ਕਰਨ ਦੀ ਕੋਈ ਵਾਜਿਬ ਵਜ੍ਹਾ ਨਹੀਂ ਹੈ। ਜਸਵੰਤ ਸਿੰਘ ਨੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਕਿ ਉਹ ਪ੍ਰਿੰਸੀਪਲ ਨੂੰ ਹੋਸਟਲ ਵਿੱਚ ਰਹਿਣ ਲਈ ਦਰਖਾਸਤਾਂ ਦੇ ਦੇਣ। ਵਿਦਿਆਰਥੀਆਂ ਨੇ ਇਸ ਤਰ੍ਹਾਂ ਹੀ ਕੀਤਾ, ਜਿਸ ਨਾਲ ਪ੍ਰਿੰਸੀਪਲ ਨੂੰ CRP ਕੋਲੋਂ ਹੋਸਟਲ ਖਾਲੀ ਕਰਾਉਣਾ ਪੈ ਗਿਆ ਸੀ। ਉਪਰੋਕਤ ਘਟਨਾਵਾਂ ਤੋਂ ਪਤਾ ਲੱਗਦਾ ਹੈ ਕਿ ਭਾਈ ਜਸਵੰਤ ਸਿੰਘ ਭਾਰਤੀ ਰਾਜ ਨਾਲ ਸਿੱਖਾਂ ਦੀ ਦੁਸ਼ਮਣਾਨਾ ਵਿਰੋਧਤਾਈ ਬਾਰੇ ਕਿਸ ਹੱਦ ਤੱਕ ਚੇਤਨ ਤੇ ਸਪਸ਼ਟ ਸੀ ਅਤੇ ਜ਼ਾਲਮ ਭਾਰਤੀ ਸਟੇਟ ਦੀਆਂ ਜ਼ਾਲਮ ਸੰਸਥਾਵਾਂ ਪ੍ਰਤੀ ਉਸ ਦੇ ਮਨ ਅੰਦਰ ਕਿੰਨੀ ਤਿੱਖੀ ਨਫ਼ਰਤ ਸੀ। ਕੌਮੀ ਸੰਘਰਸ਼ ਲੜਨ ਲਈ ਇਹ ਨਫ਼ਰਤ ਅਤਿ ਜ਼ਰੂਰੀ ਹੁੰਦੀ ਹੈ। ਭਾਈ ਜਸਵੰਤ ਸਿੰਘ ਨੇ ਆਪਣੇ ਸਿਧਾਂਤਕ ਲੇਖਾਂ ਵਿੱਚ ਸਿੱਖ ਕੌਮ ਦੀ ਭਾਰਤੀ ਕੌਮ ਨਾਲ ਵਿਰੋਧਤਾਈ ਦੇ ਖਾਸੇ ਨੂੰ ਸਮਝਣ ਅਤੇ ਇਸ ਬਾਰੇ ਰਤੀ ਭਰ ਵੀ ਅਵੇਸਲੇ ਨਾ ਹੋਣ ਉੱਤੇ ਵਾਰ-ਵਾਰ ਜ਼ੋਰ ਦਿੱਤਾ ਹੈ। ਦਰਬਾਰ ਸਾਹਿਬ ਦੀ ਘੇਰਾਬੰਦੀ ਦਾ ਵਿਰੋਧ। ਮਈ 1988 ਵਿੱਚ ਜਦੋਂ ਭਾਰਤੀ ਹਕੂਮਤ ਨੇ ਦਰਬਾਰ ਸਾਹਿਬ ਉੱਤੇ ਦੂਜੀ ਵਾਰ ਹਮਲਾ ਕੀਤਾ, ਜਿਹਨੂੰ ਆਪਰੇਸ਼ਨ ਬਲੈਕ ਥੰਡਰ ਦਾ ਨਾਂ ਦਿੱਤਾ ਗਿਆ ਸੀ, ਤਾਂ ਭਾਈ ਜਸਵੰਤ ਸਿੰਘ ਨੇ ਆਪਣੇ ਸਾਥੀਆਂ ਨਾਲ ਰਲ ਕੇ ਇਸ ਦਾ ਸ਼ਾਂਤਮਈ ਤਰੀਕੇ ਨਾਲ ਵਿਰੋਧ ਕੀਤਾ ਸੀ ਅਤੇ ਭਾਰਤ ਸਰਕਾਰ ਕੋਲੋਂ ਮੰਗ ਕੀਤੀ ਸੀ ਕਿ ਸਾਡੇ ਪਵਿੱਤਰ ਧਰਮ ਸਥਾਨ ਉੱਤੇ ਗੋਲੀਬਾਰੀ ਕਰਨ ਦੀ ਦੁਬਾਰਾ ਹਿਮਾਕਤ ਨਾ ਕੀਤੀ ਜਾਵੇ। ਉਸ ਵੇਲੇ ਫਿਰ ਉਸ ਨੂੰ ਗ੍ਰਿਫਤਾਰ ਕਰਕੇ ਲੁਧਿਆਣੇ ਦੀ ਕੇਂਦਰੀ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਸੀ। ਉਸ ਵੇਲੇ ਪੰਜਾਬ ਅੰਦਰ ਪੁਲਿਸ ਨੇ ਚੱਪੇ-ਚੱਪੇ ਉੱਤੇ ਤਸੀਹਾ ਕੇਂਦਰ, ਜਿਨ੍ਹਾਂ ਨੂੰ ਬੁੱਚੜਖਾਨੇ ਕਹਿਣਾ ਵੱਧ ਯੋਗ ਹੋਵੇਗਾ, ਖੋਲ੍ਹ ਰੱਖੇ ਸਨ, ਜਿੱਥੇ ਸੈਂਕੜੇ ਸਿੱਖ ਨੌਜਵਾਨਾਂ ਨੂੰ ਗੈਰ ਕਾਨੂੰਨੀ ਤੌਰ ਤੇ ਰੱਖ ਕੇ ਅਣਮਨੁੱਖੀ ਤਸੀਹੇ ਦਿੱਤੇ ਜਾਂਦੇ ਸਨ। ਭਾਈ ਜਸਵੰਤ ਸਿੰਘ ਨੇ ਜਸਟਿਸ ਅਜੀਤ ਸਿੰਘ ਬੈਂਸ ਨਾਲ ਰਲ ਕੇ 1999 ਵਿੱਚ ਭਾਰਤ ਸਰਕਾਰ ਦੇ ਇਸ ਗੈਰ ਕਾਨੂੰਨੀ, ਗੈਰ ਜਮਹੂਰੀ ਤੇ ਅਣਮਨੁੱਖੀ ਕਰਮ ਵਿਰੁੱਧ ਅੰਮ੍ਰਿਤਸਰ ਸ਼ਹਿਰ ਵਿੱਚ ਪੁਰਅਮਨ ਰੋਸ ਮਾਰਚ ਕਰਨ ਦਾ ਯਤਨ ਕੀਤਾ, ਪਰ ਉਸ ਨੂੰ ਗ੍ਰਿਫਤਾਰ ਕਰਕੇ ਪੁਲਿਸ ਥਾਣੇ ਵਿੱਚ ਬੰਦ ਕਰ ਦਿੱਤਾ ਗਿਆ ਸੀ। ਜੂਨ 1984 ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਦੀ ਪਹਿਲਾਂ ਭਾਰਤੀ ਫੌਜ ਤੇ ਫਿਰ CRPF ਨੇ ਪੱਕੀ ਘੇਰਾਬੰਦੀ ਕਰ ਰੱਖੀ ਹੋਈ ਸੀ। ਦਰਬਾਰ ਸਾਹਿਬ ਦੇ ਦਰਸ਼ਨ ਇਸ਼ਨਾਨ ਕਰਨ ਦੇ ਅਭਿਲਾਸ਼ੀ ਸ਼ਰਧਾਲੂਆਂ ਨੂੰ ਲਗਾਤਾਰ ਤੰਗ ਤੇ ਜ਼ਲੀਲ ਕੀਤਾ ਜਾਂਦਾ ਸੀ। ਖਾਸ ਕਰਕੇ ਜੂਨ ਮਹੀਨੇ ਦੇ ਪਹਿਲੇ ਹਫ਼ਤੇ ਸਿੱਖ ਸ਼ਰਧਾਲੂਆਂ ਨੂੰ ਦਰਬਾਰ ਸਾਹਿਬ ਦੇ ਅੰਦਰ ਜਾਣ ਤੋਂ ਸਖਤੀ ਨਾਲ ਮਨ੍ਹਾ ਕੀਤਾ ਜਾਂਦਾ ਸੀ, ਤਾਂ ਜੋ ਸਿੱਖ ਭਾਰਤੀ ਫੌਜ ਦੇ ਹਮਲੇ ਵਿਰੁੱਧ ਰੋਸ ਪ੍ਰਗਟ ਕਰਨ ਲਈ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਇਕੱਤਰ ਨਾ ਹੋ ਸਕਣ। ਭਾਈ ਜਸਵੰਤ ਸਿੰਘ ਨੇ ਆਪਣੇ ਸਾਥੀਆਂ ਨਾਲ ਰਲ ਕੇ ਸਿੱਖਾਂ ਨੂੰ ਪੁਰਅਮਨ ਤਰੀਕੇ ਨਾਲ ਰੋਸ ਪ੍ਰਗਟ ਕਰਨ ਤੋਂ ਰੋਕਣ ਦੇ ਇਸ ਗੈਰ ਜਮਹੂਰੀ ਕਰਮ ਦਾ ਵਿਰੋਧ ਕੀਤਾ, ਜਿਸ ਬਦਲੇ ਉਸ ਨੂੰ 2 ਵਾਰ, ਪਹਿਲਾਂ ਜੂਨ 1999 ਤੇ ਫਿਰ ਜੂਨ 1990 ਵਿੱਚ ਗ੍ਰਿਫਤਾਰ ਕਰ ਲਿਆ ਗਿਆ ਸੀ। 6 ਜੂਨ 1990 ਨੂੰ
ਜਦ ਭਾਈ ਜਸਵੰਤ ਸਿੰਘ ਆਪਣੇ ਸਾਥੀਆਂ ਸਮੇਤ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਫੰਕਸ਼ਨ ਕਰਨ ਲਈ ਦਰਸ਼ਨੀ ਡਿਓਢੀ ਲਾਗੇ ਪਹੁੰਚੇ ਤਾਂ ਉੱਥੇ ਭਾਰੀ ਗਿਣਤੀ ਵਿੱਚ ਤਾਇਨਾਤ ਕੀਤੀ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰਕੇ ਅੰਮ੍ਰਿਤਸਰ ਦੀ ਜੇਲ੍ਹ ਵਿੱਚ ਬੰਦ ਕਰ ਦਿੱਤਾ ਸੀ। ਇਸ ਤਰੀਕੇ ਨਾਲ 1990 ਤੱਕ ਪੁਲਿਸ ਨੇ ਭਾਈ ਜਸਵੰਤ ਸਿੰਘ ਖਾਲੜਾ ਨੂੰ ਰਾਜਸੀ ਆਧਾਰ ਤੇ ਤਕਰੀਬਨ 10 ਵਾਰ ਗ੍ਰਿਫਤਾਰ ਕੀਤਾ। 5 ਵਾਰੀ ਤਾਂ ਪੁਲਿਸ ਨੇ ਅਦਾਲਤੀ ਕਾਰਵਾਈ ਦੀ ਰਸਮ ਪੂਰੀ ਕਰਨ ਦੀ ਲੋੜ ਵੀ ਨਹੀਂ ਸਮਝੀ। 5 ਮੌਕਿਆਂ ਤੇ ਉਸ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਪਰ ਪੁਲਿਸ ਕਿਸੇ ਵੀ ਵਾਰ ਉਸ ਉੱਤੇ ਲਾਏ ਦੋਸ਼ ਸਾਬਤ ਨਾ ਕਰ ਸਕੀ। 11 ਅਗਸਤ 1990 ਨੂੰ ਅਮਰੀਕਾ ਦਾ ਰਾਜਦੂਤ ਸਿੱਖ ਸਮੱਸਿਆ ਨੂੰ ਸਮਝਣ ਦੇ ਇਰਾਦੇ ਨਾਲ ਅੰਮ੍ਰਿਤਸਰ ਆਇਆ ਸੀ, ਪਰ ਉਸ ਦਿਨ ਭਾਈ ਜਸਵੰਤ ਸਿੰਘ ਨੂੰ ਉਸੇ ਦੇ 20 ਕੁ ਸਾਥੀਆਂ ਸਮੇਤ ਦਿਨ ਚੜ੍ਹਨ ਤੋਂ ਪਹਿਲਾਂ ਹੀ ਘਰਾਂ ਤੋਂ ਗ੍ਰਿਫਤਾਰ ਕਰ ਲਿਆ ਗਿਆ ਸੀ। ਸਰਕਾਰ ਨੂੰ ਡਰ ਸੀ ਕਿ ਉਹ ਅਮਰੀਕੀ ਰਾਜਦੂਤ ਨੂੰ ਮਿਲ ਕੇ ਸਰਕਾਰੀ ਸੁਰੱਖਿਆ ਫੋਰਸਾਂ ਵੱਲੋਂ ਸਿੱਖਾਂ ਉੱਤੇ ਢਾਹੇ ਜਾ ਰਹੇ ਜ਼ੁਲਮਾਂ ਦੀ ਦਾਸਤਾਂ ਬਿਆਨ ਕਰਨਗੇ। ਇਸੇ ਦੌਰਾਨ ਭਾਈ ਜਸਵੰਤ ਸਿੰਘ ਖਾਲੜਾ ਏਸ਼ੀਆ ਦੇ ਸਭ ਤੋਂ ਵੱਡੇ ਸਹਿਕਾਰੀ ਬੈਂਕ ਅੰਮ੍ਰਿਤਸਰ ਕੇਂਦਰੀ ਸਹਿਕਾਰੀ ਬੈਂਕ ਦੀ 1988 ਵਿੱਚ ਹੋਈ ਪਹਿਲੀ ਚੋਣ ਵਿੱਚ ਡਾਇਰੈਕਟਰ ਚੁਣਿਆ ਗਿਆ ਸੀ। ਇਸ ਬੈਂਕ ਦੇ ਬਹੁਤ ਸਾਰੇ ਡਾਇਰੈਕਟਰਾਂ ਨੂੰ ਪੁਲਿਸ ਨੇ ਖਾੜਕੂ ਲਹਿਰ ਨਾਲ ਸਬੰਧਾਂ ਦੇ ਸ਼ੱਕ ਵਿੱਚ ਗ੍ਰਿਫਤਾਰ ਕਰਕੇ ਉਹਨਾਂ ਉੱਤੇ ਬੇਤਹਾਸ਼ਾ ਤਸ਼ੱਦਦ ਕੀਤਾ ਅਤੇ ਕਈਆਂ ਨੂੰ ਤਾਂ ਵਹਿਸ਼ੀ ਤਸੀਹੇ ਦੇਣ ਤੋਂ ਬਾਅਦ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਮਾਝਾ ਖੇਤਰ ਦਾ ਇੱਕ ਪ੍ਰਸਿੱਧ ਖਾੜਕੂ ਭਾਈ ਸੀਤਲ ਸਿੰਘ ਇਸ ਬੈਂਕ ਦਾ ਵਾਈਸ ਚੇਅਰਮੈਨ ਸੀ, ਜਿਸ ਨੂੰ ਬਾਅਦ ਵਿੱਚ ਪੁਲਿਸ ਨੇ ਕਈ ਘੰਟਿਆਂ ਤੱਕ ਚੱਲੇ ਇੱਕ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤਾ ਸੀ। ਇਸ ਸਮੇਂ ਦੌਰਾਨ ਭਾਈ ਜਸਵੰਤ ਸਿੰਘ ਨੇ ਸਰਕਾਰੀ ਜ਼ਬਰ ਦਾ ਵਿਰੋਧ ਕਰਨ ਲਈ ਦਮਨ ਵਿਰੋਧੀ ਫਰੰਟ ਪੰਜਾਬ ਨਾਂ ਦਾ ਇੱਕ ਜਮਹੂਰੀ ਮੰਚ ਬਣਾਇਆ ਅਤੇ ਇਸ ਵੱਲੋਂ ਜ਼ਬਰ ਦੇ ਹਰ ਮਾਮਲੇ ਖਿਲਾਫ ਬੇਖੌਫ ਆਵਾਜ਼ ਬੁਲੰਦ ਕਰਨ ਤੇ ਅਮਲੀ ਰੂਪ ਵਿੱਚ ਜਥੇਬੰਦਕ ਸੰਘਰਸ਼ ਕਰਨ ਦਾ ਉਦਮ ਕੀਤਾ ਜਾਂਦਾ ਸੀ। ਸਰਹੱਦੀ ਖੇਤਰ ਦੇ ਲੋਕਾਂ ਦੀ ਬਾਂਹ ਫੜੀ। ਭਾਰਤ ਦੀ ਪਾਕਿਸਤਾਨ ਨਾਲ ਲੱਗਦੀ ਸਰਹੱਦ ਨੇੜੇ ਵਸਦੇ ਲੋਕਾਂ, ਖਾਸ ਕਰਕੇ ਕਿਸਾਨ ਭਾਈਚਾਰੇ ਨੂੰ ਲਗਾਤਾਰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਿਸਾਨ ਸਰਹੱਦ ਨਾਲ ਲੱਗਦੇ ਖੇਤਾਂ ਵਿੱਚ ਨਾ ਡੰਗਰਾਂ ਲਈ ਚਾਰਾ ਬੀਜ ਸਕਦੇ ਨੇ, ਨਾ ਆਪਣੇ ਖੇਤਾਂ ਦੀ ਸਾਂਭ ਸੰਭਾਲ ਕਰ ਸਕਦੇ ਨੇ। ਸਰਹੱਦ ਉੱਤੇ ਤੈਨਾਤ BSF ਵੱਲੋਂ ਕਿਸਾਨਾਂ ਨੂੰ ਬੇਵਜ੍ਹਾ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ। ਉਹਨਾਂ ਦੀ ਵਾਰ-ਵਾਰ ਚੈਕਿੰਗ ਕੀਤੀ ਜਾਂਦੀ ਹੈ। ਜਦੋਂ ਜੀ ਚਾਹੇ ਬੇਵਜ੍ਹਾ ਤਲਾਸ਼ੀਆਂ ਲਈਆਂ ਜਾਂਦੀਆਂ ਨੇ। ਔਰਤਾਂ ਨੂੰ ਵੀ ਨਹੀਂ ਬਖਸ਼ਿਆ ਜਾਂਦਾ। ਜਦੋਂ ਸਰਹੱਦ ਉੱਤੇ ਸਿਆਸੀ ਵਜ੍ਹਾ ਕਰਕੇ ਤਣਾਅ ਪੈਦਾ ਹੋ ਜਾਂਦਾ ਹੈ ਤਾਂ ਸਰਹੱਦੀ ਖੇਤਰ ਦੇ ਲੋਕਾਂ ਦਾ ਜਿਉਣਾ ਦੁੱਭਰ ਕਰ ਦਿੱਤਾ ਜਾਂਦਾ ਹੈ। 1990 ਦੇ ਆਰੰਭ ਵਿੱਚ ਸਿੱਖ ਖਾੜਕੂ ਸੰਘਰਸ਼ ਦੇ ਮੱਦੇ-ਨਜ਼ਰ ਭਾਰਤ ਸਰਕਾਰ ਨੇ ਮਾਝਾ ਖੇਤਰ ਅੰਦਰ ਪਾਕਿਸਤਾਨ ਨਾਲ ਲੱਗਦੀ ਸਰਹੱਦ ਉੱਤੇ ਕੰਡਿਆਲੀ ਤਾਰ ਲਾਉਣ ਦਾ ਪ੍ਰੋਜੈਕਟ ਆਰੰਭ ਕੀਤਾ ਸੀ, ਜਿਹਦੇ ਬਹਾਨੇ ਸਰਹੱਦ ਨੇੜੇ ਰਹਿੰਦੇ ਕਿਸਾਨਾਂ ਦਾ ਆਪਣੇ ਖੇਤਾਂ ਵਿੱਚ ਆਉਣ ਜਾਣ ਡੱਕ ਦਿੱਤਾ ਜਾਂ ਬੇਹੱਦ ਘਟਾ ਦਿੱਤਾ ਸੀ। ਭਾਰਤੀ ਹਾਕਮਾਂ ਨੇ ਸਿੱਖ ਸੰਘਰਸ਼ ਦੀ ਆੜ ਵਿੱਚ ਪਾਕਿਸਤਾਨ ਨਾਲ ਸਿਆਸੀ ਤੇ ਸੈਨਿਕ ਤਣਾਅ ਪੈਦਾ ਕਰਕੇ ਸਰਹੱਦੀ ਖੇਤਰ ਵਿੱਚ ਮਾਰਸ਼ਲ ਲਾ ਵਰਗੇ ਹਾਲਾਤ ਪੈਦਾ ਕਰ ਦਿੱਤੇ ਸਨ। ਉਸ ਹਾਲਤ ਵਿੱਚ ਭਾਈ ਜਸਵੰਤ ਸਿੰਘ ਖਾਲੜਾ ਸਰਹੱਦੀ ਖੇਤਰ ਦੇ ਲੋਕਾਂ ਦੇ ਦਿਲਾਂ ਦੀ ਆਵਾਜ਼ ਬਣ ਕੇ ਮੈਦਾਨ ਵਿੱਚ ਨਿਤਰਿਆ ਸੀ। ਉਸ ਦੀ ਪਹਿਲ ਕਦਮੀ ਨਾਲ IDP ਨੇ ਕਿਸਾਨਾਂ ਨਾਲ ਕੀਤੇ ਜਾ ਰਹੇ ਧੱਕਿਆਂ ਵਿਰੁੱਧ ਸੰਘਰਸ਼ ਕਰਨ ਦਾ ਬੀੜਾ ਚੁੱਕਿਆ ਸੀ। ਇਸ ਮੰਤਵ ਲਈ ਉਚੇਚੇ ਤੌਰ ਤੇ ਹਿੰਦ-ਪਾਕ ਬਾਰਡਰ ਕਮੇਟੀ ਬਣਾਈ ਗਈ ਸੀ, ਜਿਸ ਵੱਲੋਂ ਜਸਵੰਤ ਸਿੰਘ ਦਾ ਲਿਖਿਆ ਇੱਕ ਹੱਥ ਪਰਚਾ ਭਾਵ ਲੀਫਲੈਟ ਵੱਡੀ ਗਿਣਤੀ ਵਿੱਚ ਛਾਪਿਆ ਤੇ ਸਰਹੱਦੀ ਖੇਤਰ ਦੇ ਲੋਕਾਂ ਵਿੱਚ ਵਿਆਪਕ ਪੱਧਰ ਤੇ ਵੰਡਿਆ ਗਿਆ ਸੀ। ਇਸ ਪਰਚੇ ਵਿੱਚ ਜਿੱਥੇ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਦੇ ਅੰਸ਼ਕ ਹੱਲ ਲਈ ਕੁਝ ਫੌਰੀ ਮੰਗਾਂ ਉਭਾਰੀਆਂ ਗਈਆਂ ਸਨ ਅਤੇ ਉਹਨਾਂ ਦੀ ਪੂਰਤੀ ਲਈ ਲੋਕਾਂ ਨੂੰ ਸੰਘਰਸ਼ ਕਰਨ ਲਈ ਪ੍ਰੇਰਿਆ ਗਿਆ ਸੀ, ਉੱਥੇ ਨਾਲ ਹੀ ਵਾਰ-ਵਾਰ ਪੇਸ਼ ਆਉਂਦੀ ਇਸ ਸਮੱਸਿਆ ਦਾ ਇਤਿਹਾਸਕ ਪਿਛੋਕੜ ਤੇ ਮੂਲ ਕਾਰਨ ਦੱਸੇ ਗਏ ਸਨ। ਹੱਥ ਪਰਚੇ ਵਿੱਚ ਲਿਖਿਆ ਸੀ,
1947 ਵਿੱਚ ਅੰਗਰੇਜ਼ ਹੁਕਮਰਾਨਾਂ ਤੇ ਕਾਂਗਰਸ ਪਾਰਟੀ ਵੱਲੋਂ ਹਿੰਦੁਸਤਾਨ ਦੀ ਧਰਤੀ ਤੇ ਖਿੱਚੀ ਫਿਰਕੂ ਲਕੀਰ ਨੇ ਜਿੱਥੇ ਲੱਖਾਂ ਘਰ ਬਰਬਾਦ ਕੀਤੇ, ਪੀੜ੍ਹੀਆਂ ਤੋਂ ਇਕੱਠੇ ਰਹਿ ਰਹੇ ਲੋਕਾਂ ਨੂੰ ਇੱਕ ਦੂਜੇ ਦੇ ਗਲ ਲਾਉਣ ਲਈ ਉਕਸਾਇਆ, ਉੱਥੇ ਹਜ਼ਾਰਾਂ ਪਿੰਡਾਂ ਦੇ ਸਿਰਹਾਣੇ ਇੱਕ ਡਾਇਣ ਰੂਪੀ ਸਰਹੱਦ ਖੜੀ ਕਰ ਦਿੱਤੀ, ਜਿਸ ਦਾ ਮਨੁੱਖਤਾ ਨੇ ਕਦੇ ਸੁਪਨਾ ਵੀ ਨਹੀਂ ਲਿਆ ਸੀ। ਇਸ ਹੱਦ ਨੇ ਦੋਹਾਂ ਪਾਸਿਆਂ ਦੇ ਪਿੰਡਾਂ ਦੇ ਲੋਕਾਂ ਦੀ ਜ਼ਿੰਦਗੀ ਬਰਬਾਦ ਕਰਕੇ ਰੱਖ ਦਿੱਤੀ। 1965 ਤੇ 1971 ਦੀਆਂ ਜੰਗਾਂ ਨੇ ਦੋਹਾਂ ਪਾਸਿਆਂ ਦੇ ਲੋਕਾਂ ਦੀ ਜੋ ਬਰਬਾਦੀ ਕੀਤੀ, ਉਹ ਅਜੇ ਤੱਕ ਭੁੱਲੀ ਨਹੀਂ ਸੀ ਕਿ 1984 ਤੋਂ ਇਹ ਸਰਹੱਦ ਫਿਰ ਸਾਡੀ ਕਿਸਮਤ ਤੇ ਨਾਗਵਲ ਮਾਰੀ ਬੈਠੀ ਹੈ। ਸਰਹੱਦ ਉੱਪਰ ਸਰਕਾਰ 5 ਸਾਲਾਂ ਤੋਂ ਕਰਫਿਊ ਲਾਈ ਬੈਠੀ ਹੈ। ਰਾਤ ਦਾ ਕਰਫਿਊ ਸਰਕਾਰ ਲਾ ਰਹੀ ਹੈ, ਜਦੋਂ ਕਿ ਦਿਨ ਦਾ ਕਰਫਿਊ BSF ਨੇ ਲਾਇਆ ਹੋਇਆ ਹੈ। ਸਰਕਾਰ ਨੇ 500 ਮੀਟਰ ਤੇ ਸਾਡਾ ਦਾਖਲਾ ਰੋਕਿਆ ਹੋਇਆ ਹੈ, ਪਰ BSF ਨੇ 2 ਕਿਲੋਮੀਟਰ ਤੇ ਸਾਨੂੰ ਰੋਕ ਰੱਖਿਆ ਹੈ। ਸਾਨੂੰ ਮਾਲ ਡੰਗਰ ਲਈ ਚਾਰਾ ਬੀਜਣ ਤੋਂ ਮਨਾਹੀ ਹੈ। ਸਵੇਰੇ ਤੇ ਸ਼ਾਮ ਨੂੰ ਕੰਮ ਕਰਨ ਤੋਂ ਮਨਾਹੀ ਹੈ। ਸਾਡੀਆਂ ਜ਼ਮੀਨਾਂ ਤੇ ਨਜਾਇਜ਼ ਕਬਜ਼ੇ ਕਰਕੇ ਤਾਰਾਂ ਲਾਈਆਂ ਗਈਆਂ ਨੇ। ਘੁਸਪੈਠੀਆਂ ਦੇ ਨਾਂ ਤੇ ਅਨੇਕਾਂ ਬੰਦੇ ਕਤਲ ਕਰਕੇ ਐਸੀ ਦਹਿਸ਼ਤ ਸਾਡੇ ਖੇਤਾਂ ਵਿੱਚ ਪਾ ਦਿੱਤੀ ਹੈ ਕਿ ਸਾਨੂੰ ਇਹਨਾਂ ਲਾਸ਼ਾਂ ਦੀ ਕੜੀ ਵਿੱਚ ਆਪਣਾ ਵੀ ਨੰਬਰ ਆਉਣ ਤੋਂ ਡਰ ਆਉਂਦਾ ਹੈ। ਇਹ ਸਭ ਕੁਝ ਪੰਜਾਬ ਸਮੱਸਿਆ ਦੇ ਨਾਂ ਤੇ ਕੀਤਾ ਜਾ ਰਿਹਾ ਹੈ, ਜਿਸ ਦਾ ਨੇੜ ਭਵਿੱਖ ਵਿੱਚ ਕੋਈ ਹੱਲ ਨਜ਼ਰ ਨਹੀਂ ਆ ਰਿਹਾ, ਕਿਉਂਕਿ ਇਹ ਸਮੱਸਿਆ ਭਾਰਤੀ ਰਾਜ ਦੇ ਬੁਨਿਆਦੀ ਨੁਕਸਾਂ 'ਚੋਂ ਪੈਦਾ ਹੋਈ ਹੈ ਅਤੇ ਭਾਰਤੀ ਰਾਜ ਅੰਦਰ ਘੱਟ ਗਿਣਤੀ ਭਾਈਚਾਰਿਆਂ ਸਿੱਖ ਮੁਸਲਿਮ ਨਾਲ ਵਧੀਕੀਆਂ ਦਾ ਸਿੱਟਾ ਹੈ। ਅੱਜ ਵੀ ਹਕੂਮਤ ਇਹਨਾਂ ਨੁਕਸਾਂ ਨੂੰ ਦੂਰ ਕਰਨ ਦੀ ਥਾਂ ਇਸ ਸਮੱਸਿਆ ਨੂੰ ਅਮਨ ਕਾਨੂੰਨ ਦੀ ਸਮੱਸਿਆ ਜਾਂ ਪਾਕਿਸਤਾਨੀ ਦਖਲ ਦੀ ਸਮੱਸਿਆ ਕਹਿ ਰਹੀ ਹੈ, ਜਿਸ ਕਾਰਨ ਸੰਭਾਵਨਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਸਾਡੇ ਤੇ ਧੱਕੇ ਹੋਰ ਹੋਣਗੇ। ਸੋ ਸਾਨੂੰ ਆਉਣ ਵਾਲੇ ਖਤਰੇ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਅਤੇ ਹੁਣ ਤੱਕ ਜੋ ਧੱਕਾ ਹੋਇਆ ਹੈ ਉਸ ਬਾਰੇ ਆਪਣਾ ਹੱਕ ਲੈਣ ਲਈ ਮੈਦਾਨ ਵਿੱਚ ਨਿੱਤਰਨਾ ਚਾਹੀਦਾ ਹੈ। ਇਸ ਰੋਸ਼ਨੀ ਵਿੱਚ ਹੱਥ ਪਰਚੇ ਵਿੱਚ ਜਿੱਥੇ ਕੁਝ ਠੋਸ ਮੰਗਾਂ ਪੇਸ਼ ਕੀਤੀਆਂ ਗਈਆਂ ਸੀ, ਉੱਥੇ ਨਾਲ ਹੀ ਲੋਕਾਂ ਨੂੰ ਇਸ ਗੱਲੋਂ ਵੀ ਸੁਚੇਤ ਕੀਤਾ ਗਿਆ ਸੀ ਕਿ ਇਹਨਾਂ ਮੰਗਾਂ ਵਿੱਚੋਂ ਇਹ ਵਿਚਾਰ ਨਹੀਂ ਬਣਾਉਣਾ ਚਾਹੀਦਾ ਕਿ ਅਸੀਂ ਇਸ ਚੰਦਰੀ ਤਾਰ ਨੂੰ ਆਪਣੀ ਧਰਤੀ ਦੀ ਹਿੱਕ ਤੇ ਸਦਾ ਲਈ ਰਹਿਣ ਦੇਣਾ ਚਾਹੁੰਦੇ ਹਾਂ ਅਤੇ ਆਪਣੀ ਮਾਂ ਧਰਤੀ ਉੱਪਰ ਕੋਈ ਸੁਰੱਖਿਆ ਪੱਟੀ ਜਾਂ ਮੋਰਚਾਬੰਦੀ ਨੂੰ ਸਦਾ ਲਈ ਮਾਨਤਾ ਦਿੰਦੇ ਹਾਂ। IDP ਸਮਝਦੀ ਹੈ ਕਿ ਪੰਜਾਬ ਤੇ ਕਸ਼ਮੀਰ ਸਮੱਸਿਆ ਸਰਹੱਦੋਂ ਪਾਰ ਦੀ ਸਮੱਸਿਆ ਨਹੀਂ, ਸਗੋਂ ਸਰਹੱਦੋਂ ਉਰਾਰ ਦੀ ਸਮੱਸਿਆ ਹੈ। ਸਿੱਖ ਤੇ ਮੁਸਲਿਮ ਘੱਟ ਗਿਣਤੀ ਦੇ ਖਾੜਕੂਆਂ ਨਾਲ ਬੈਠ ਕੇ ਸੁਲਫ ਸਫਾਈ ਨਾਲ ਇਸ ਦਾ ਹੱਲ ਕੀਤਾ ਜਾ ਸਕਦਾ ਹੈ। ਯੂਰਪ ਵਿੱਚ ਲੱਗੀ 40 ਸਾਲ ਪੁਰਾਣੀ ਕੰਡਿਆਲੀ ਤਾਰ ਕਰੋੜਾਂ ਰੁਪਏ ਖਰਚ ਕਰਕੇ ਸਰਕਾਰਾਂ ਅੱਜ ਪੁੱਟ ਰਹੀਆਂ ਹਨ, ਪਰ ਭਾਰਤ ਸਰਕਾਰ ਕਰੋੜਾਂ ਰੁਪਏ ਖਰਚ ਕਰਕੇ ਉਹੋ ਜਿਹੀ ਤਾਰ ਲਗਾ ਰਹੀ ਹੈ। ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਪਾਕਿਸਤਾਨ ਨਾਲ ਜੰਗ ਦੀ ਤਿਆਰੀ ਕਰਨ ਦੀ ਥਾਂ ਉਸ ਵੱਲ ਦੋਸਤੀ ਦਾ ਹੱਥ ਵਧਾਏ ਅਤੇ ਭਾਰਤ ਪਾਕ ਮਹਾਸੰਘ ਕਾਇਮ ਕਰਕੇ ਸਾਡਾ ਇਸ ਸਰਹੱਦ ਤੋਂ ਪੱਕਾ ਖਹਿੜਾ ਛੁਡਾਵੇ। ਸਰਹੱਦੀ ਖੇਤਰ ਦੇ ਲੋਕਾਂ ਦੀਆਂ ਫੌਰੀ ਮੁਸ਼ਕਲਾਂ ਦੇ ਹੱਲ ਲਈ ਸਰਕਾਰ ਉੱਤੇ ਦਬਾਅ ਪਾਉਣ ਲਈ ਹਿੰਦ-ਪਾਕ ਬਾਰਡਰ ਕਮੇਟੀ ਵੱਲੋਂ ਠੋਸ ਕਦਮ ਪੁੱਟਦਿਆਂ ਸੰਘਰਸ਼ ਦੇ ਪਹਿਲੇ ਪੜਾਅ ਵਜੋਂ 2 ਫਰਵਰੀ 1990 ਨੂੰ ਖਾਲੜਾ ਵਿਖੇ 50 ਘੰਟੇ ਦੀ ਸਮੂਹਿਕ ਭੁੱਖ ਹੜਤਾਲ ਰੱਖੀ ਗਈ ਸੀ। 1991 ਦੀਆਂ ਚੋਣਾਂ। 1990 ਵਿੱਚ ਸ੍ਰੀ ਚੰਦਰ ਸ਼ੇਖਰ ਪ੍ਰਧਾਨ ਮੰਤਰੀ ਬਣੇ ਤਾਂ ਉਸਨੇ ਸਿੱਖ ਖਾੜਕੂਆਂ ਨਾਲ ਸੁਲਹ ਸਫਾਈ ਕਰਨ ਲਈ ਉਹਨਾਂ ਨਾਲ ਗੱਲਬਾਤ ਦਾ ਸਿਲਸਿਲਾ ਸ਼ੁਰੂ ਕੀਤਾ। ਉਹ ਖਾੜਕੂਆਂ ਨੂੰ ਚੋਣਾਂ ਦਾ ਚੋਗਾ ਸੁੱਟ ਕੇ ਉਹਨਾਂ ਨੂੰ ਹਥਿਆਰਬੰਦ ਸੰਘਰਸ਼ ਦੇ ਰਾਹ ਤੋਂ ਮੋੜ ਕੇ ਭਾਰਤ ਦੀ ਮੁੱਖ ਧਾਰਾ ਵਿੱਚ ਸ਼ਾਮਲ ਕਰਨ ਦੀ ਯੁੱਧ ਨੀਤਿਕ ਸਮਝ ਰੱਖਦਾ ਸੀ। ਇਸੇ ਰਣਨੀਤੀ ਤੇ ਚੱਲਦਿਆਂ ਉਸਨੇ ਕੁਝ ਗਰਮਖਿਆਲੀ ਸਮਝੇ ਜਾਂਦੇ ਸਿੱਖ ਆਗੂਆਂ ਨਾਲ ਗੱਲਬਾਤ ਕਰਨ ਉਪਰੰਤ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ 22 ਜੂਨ 1991 ਨੂੰ ਕਰਾਉਣ ਦਾ ਐਲਾਨ ਕਰ ਦਿੱਤਾ ਸੀ, ਜਿਸ ਨਾਲ ਖਾੜਕੂ ਸਫਾ ਦੇ ਅੰਦਰ ਕੜਮੱਸ ਜਿਹਾ ਪੈਦਾ ਹੋ ਗਿਆ ਸੀ। ਖਾੜਕੂ ਲਹਿਰ ਦਾ ਇੱਕ ਵਰਗ ਚੋਣਾਂ ਜਿੱਤਣ ਦੀ ਪੱਕੀ ਉਮੀਦ ਲਾਈ ਬੈਠਾ ਸੀ ਅਤੇ ਉਹਨਾਂ ਅੰਦਰ ਰਾਜਸੀ ਸੱਤਾ ਹਾਸਲ ਕਰਨ ਦੀ ਲਾਲਸਾ ਖੁੱਲ੍ਹ ਕੇ ਸਾਹਮਣੇ ਆ ਗਈ ਸੀ। ਕੁਝ ਖਾੜਕੂ ਆਗੂ ਵੀ ਇਸ ਮਸਲੇ ਤੇ ਅਸਪਸ਼ਟਤਾ ਤੇ ਡਾਵਾਂਡੋਲਤਾ ਦਿਖਾ ਰਹੇ ਸਨ।
ਸੱਤਾ ਦੇ ਲੋਭੀ ਰਾਜਸੀ ਤੱਤਾਂ ਅੰਦਰ ਖਾੜਕੂਆਂ ਦੀ ਹਮਾਇਤ ਹਾਸਲ ਕਰਨ ਲਈ ਮੁਕਾਬਲਾ ਦੌੜ ਸ਼ੁਰੂ ਹੋ ਗਈ ਸੀ। ਕਾਂਗਰਸ ਪਾਰਟੀ ਨੇ ਸਪਸ਼ਟ ਹਾਰ ਨੂੰ ਦੇਖਦੇ ਹੋਏ ਚੋਣਾਂ ਵਿੱਚ ਹਿੱਸਾ ਨਾ ਲੈਣ ਦਾ ਫੈਸਲਾ ਕਰ ਲਿਆ ਸੀ। ਚੋਣਾਂ ਦਾ ਬਾਈਕਾਟ ਕਰਨ ਦਾ ਅਡੋਲ ਸਿਧਾਂਤਕ ਪੈਂਤੜਾ ਅਪਣਾਉਣ ਵਾਲੀ ਖਾੜਕੂ ਧਿਰ ਨੇ ਬਾਈਕਾਟ ਨੂੰ ਸਫਲ ਬਣਾਉਣ ਲਈ ਕੁਝ ਚੁਣਵੇਂ ਉਮੀਦਵਾਰਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਸੀ, ਜਿਸ ਨਾਲ ਖਾੜਕੂ ਲਹਿਰ ਅੰਦਰ ਆਪਸੀ ਖਾਨਾ ਜੰਗੀ ਛਿੜ ਪੈਣ ਦਾ ਖਤਰਾ ਸਾਫ਼ ਦਿਖਣ ਲੱਗਾ ਸੀ। ਪਰ ਹੋਇਆ ਇਹ ਕਿ ਚੋਣਾਂ ਦੀ ਤਰੀਕ ਤੋਂ 2 ਕੁ ਦਿਨ ਪਹਿਲਾਂ ਹੀ ਕਾਂਗਰਸ ਪਾਰਟੀ ਨੇ ਚੰਦਰ ਸ਼ੇਖਰ ਦੀ ਸਰਕਾਰ ਨੂੰ ਨਾਟਕੀ ਢੰਗ ਨਾਲ ਡੇਗ ਦਿੱਤਾ ਸੀ ਅਤੇ ਕਾਂਗਰਸ ਪਾਰਟੀ ਦੇ PV ਨਰਸਿਮਹਾ ਰਾਓ ਨੇ ਪ੍ਰਧਾਨ ਮੰਤਰੀ ਦਾ ਆਸਣ ਗ੍ਰਹਿਣ ਕਰ ਲਿਆ ਸੀ। ਉਸਨੇ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਹਲਫ ਲੈਂਦਿਆਂ ਹੀ ਪਹਿਲਾ ਫੈਸਲਾ ਇਹ ਕੀਤਾ ਕਿ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਮੁਲਤਵੀ ਕਰ ਦਿੱਤੀਆਂ ਸਨ। ਇਹ ਐਲਾਨ ਵੋਟਾਂ ਪੈਣ ਤੋਂ ਕੇਵਲ 30 ਘੰਟੇ ਪਹਿਲਾਂ ਕੀਤਾ ਗਿਆ ਸੀ। ਇੰਡੀਆ ਟੁਡੇ ਨਾਂ ਦੇ ਸਿੱਖ ਵਿਰੋਧੀ ਪੰਦਰਵਾੜਾ ਰਸਾਲੇ ਨੇ ਚੋਣਾਂ ਮੁਲਤਵੀ ਕਰਨ ਦੇ ਫੈਸਲੇ ਉੱਤੇ ਦੁੱਖ ਜ਼ਾਹਰ ਕਰਦਿਆਂ ਲਿਖਿਆ ਸੀ, ਚੰਦਰ ਸ਼ੇਖਰ ਦੇ ਚੋਣਾਂ ਕਰਾਉਣ ਦੇ ਫੈਸਲੇ ਨੇ ਸਿੱਖ ਖਾੜਕੂਆਂ ਅੰਦਰ ਖਿਲਾਰਾ ਪਾ ਦਿੱਤਾ ਸੀ। ਚੋਣਾਂ ਮੁਲਤਵੀ ਕਰਨ ਦਾ ਇਹ ਨੁਕਸਾਨ ਹੋਇਆ ਹੈ ਕਿ ਇਸ ਨਾਲ ਖਾੜਕੂਆਂ ਨੂੰ ਆਪਸੀ ਮਤਭੇਦ ਦੂਰ ਕਰਨ ਦਾ ਸਮਾਂ ਮਿਲ ਗਿਆ। ਉਸ ਵੇਲੇ ਜਸਵੰਤ ਸਿੰਘ ਖਾਲੜਾ IDP ਨਾਲ ਰਲ ਕੇ ਕੰਮ ਕਰਦਾ ਸੀ। IDP ਦਾ ਉਹਨਾਂ ਚੋਣਾਂ ਬਾਰੇ ਪੈਂਤੜਾ ਇਹ ਸੀ ਕਿ ਇਹ ਚੋਣਾਂ ਪੰਜਾਬ ਮਸਲੇ ਤੇ ਰਾਏਸ਼ੁਮਾਰੀ ਦੇ ਤੋਲੀ ਹੋਣਗੀਆਂ, ਜਿਸ ਵਿੱਚ ਇੱਕ ਪਾਸੇ ਭਾਰਤੀ ਰਾਜ ਦੀ ਪਿੱਠ ਪੂਰ ਰਹੀਆਂ ਪਾਰਟੀਆਂ ਕਾਂਗਰਸ, ਭਾਰਤੀ ਜਨਤਾ ਪਾਰਟੀ ਤੇ ਦੋਨੋਂ ਕਮਿਊਨਿਸਟ ਪਾਰਟੀਆਂ ਅਤੇ ਦੂਜੇ ਬੰਨੇ ਸਿੱਖ ਜਥੇਬੰਦੀਆਂ ਹੋਣਗੀਆਂ। IDP ਨੇ ਇਹਨਾਂ ਦੋ ਵਿਰੋਧੀ ਤਾਕਤਾਂ ਦੀ ਆਮੋ ਸਾਹਮਣੇ ਦੀ ਲੜਾਈ ਦੌਰਾਨ ਸਿੱਖ ਜਥੇਬੰਦੀਆਂ ਦੀ ਹਮਾਇਤ ਕਰਨ ਦਾ ਫੈਸਲਾ ਲਿਆ ਸੀ। ਪਰ ਜਦੋਂ ਇਸਨੇ ਅਮਲ ਦੇ ਮੈਦਾਨ ਅੰਦਰ ਸਿੱਖ ਜਥੇਬੰਦੀਆਂ ਵਿਚਕਾਰ ਆਪਸੀ ਖਿੱਚੋਤਾਣ ਹੁੰਦੀ ਦੇਖੀ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਆਗੂਆਂ ਅੰਦਰ ਮੁੱਖ ਮੰਤਰੀ ਬਣਨ ਦੀ ਦੌੜ ਲੱਗੀ ਦੇਖੀ ਤਾਂ IDP ਨੂੰ ਭਾਰੀ ਮਾਯੂਸੀ ਹੋਈ। ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਇੱਕ ਧੜੇ ਦੇ ਪ੍ਰਧਾਨ ਭਾਈ ਮਨਜੀਤ ਸਿੰਘ ਨੇ ਮੁੱਖ ਮੰਤਰੀ ਪਦ ਦਾ ਦਾਅਵਾ ਜਤਾਉਂਦਿਆਂ ਆਪਣੇ 65 ਤੋਂ ਵੱਧ ਉਮੀਦਵਾਰ ਖੜੇ ਕਰਨ ਦਾ ਇੱਕ ਤਰਫਾ ਐਲਾਨ ਕਰ ਦਿੱਤਾ ਸੀ। ਉਸ ਵਕਤ ਇਹ ਗੱਲ ਗੁੱਝੀ ਨਹੀਂ ਰਹੀ ਸੀ ਕਿ ਭਾਈ ਮਨਜੀਤ ਸਿੰਘ ਨੂੰ ਪੰਥਕ ਕਮੇਟੀ ਮੈਂਬਰ ਬਾਬਾ ਗੁਰਬਚਨ ਸਿੰਘ ਮਾਨੋ ਚਾਹਲ ਦੀ ਹਮਾਇਤ ਹਾਸਲ ਸੀ। ਅਪ੍ਰੈਲ ਦੇ ਆਖਰੀ ਹਫ਼ਤੇ ਭਾਈ ਜਸਵੰਤ ਸਿੰਘ ਖਾਲੜਾ ਨੇ ਅੰਮ੍ਰਿਤਸਰ ਜ਼ਿਲ੍ਹੇ ਅੰਦਰ ਇੱਕ ਜਗ੍ਹਾ ਤੇ IDP ਦੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਸਪਸ਼ਟ ਕਹਿ ਦਿੱਤਾ ਸੀ ਕਿ ਜਿਹੜੇ ਸਿੱਖ ਆਗੂਆਂ ਦੀ ਕਹਿਣੀ ਤੇ ਕਰਨੀ ਵਿਚਕਾਰ ਜ਼ਮੀਨ ਅਸਮਾਨ ਦਾ ਫਰਕ ਹੈ, IDP ਉਹਨਾਂ ਲੋਕਾਂ ਦੀ ਕਦਾਚਿਤ ਮਦਦ ਨਹੀਂ ਕਰ ਸਕਦੀ। ਭਾਈ ਜਸਵੰਤ ਸਿੰਘ ਖਾਲੜਾ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਇਹ ਸਪਸ਼ਟ ਕਰਨ ਦੀ ਉਚੇਚੀ ਅਪੀਲ ਕੀਤੀ ਸੀ ਕਿ ਕੀ ਉਹ ਭਾਰਤੀ ਸੰਵਿਧਾਨ ਪ੍ਰਤੀ ਵਫਾਦਾਰੀ ਦੀ ਸਹੁੰ ਖਾ ਕੇ ਚੋਣ ਲੜਨ ਤੋਂ ਬਾਅਦ ਅਸੈਂਬਲੀ ਵਿੱਚ ਵੀ ਭਾਰਤੀ ਸੰਵਿਧਾਨ ਦੇ ਅਨੁਸਾਰੀ ਹੋ ਕੇ ਚੱਲਣਗੇ। ਜੇਕਰ ਉਹਨਾਂ ਦੇ ਭਾਰਤੀ ਸੰਵਿਧਾਨ ਨਾਲ ਵਖਰੇਵੇਂ ਹਨ ਤਾਂ ਉਹ ਆਪਣੇ ਚੋਣ ਮੈਨੀਫੈਸਟੋ ਵਿੱਚ ਇਹ ਸਪਸ਼ਟ ਕਰਨ ਕਿ ਉਹ ਕਿਹੋ ਜਿਹਾ ਸੰਵਿਧਾਨ ਪਸੰਦ ਕਰਨਗੇ। ਇਸ ਦੇ ਨਾਲ ਹੀ ਭਾਈ ਜਸਵੰਤ ਸਿੰਘ ਨੇ ਖਾੜਕੂ ਜਥੇਬੰਦੀਆਂ ਨੂੰ ਵੀ ਅਪੀਲ ਕੀਤੀ ਸੀ ਕਿ ਚੋਣ ਪ੍ਰਕਿਰਿਆ ਵਿੱਚ ਉਹ ਖੁਦ ਦਖਲ ਦੇਣ ਅਤੇ ਜੋ ਵੀ ਸਿਆਸੀ ਨਿਸ਼ਾਨਾ ਮਿੱਥਣ ਉਸ ਨੂੰ ਸਪਸ਼ਟ ਰੂਪ 'ਚ ਲੋਕਾਂ ਵਿੱਚ ਲੈ ਕੇ ਆਉਣ। ਭਾਈ ਖਾਲੜਾ ਨੇ ਖਾੜਕੂ ਜਥੇਬੰਦੀਆਂ ਨੂੰ ਇਹ ਪੁਰਜ਼ੋਰ ਅਪੀਲ ਕੀਤੀ ਸੀ ਕਿ ਜਿਹੜੇ ਲੋਕ ਉਹਨਾਂ ਦੇ ਨਾਂ ਤੇ ਚੋਣਾਂ ਲੜਨ ਦੇ ਦਾਅਵੇ ਕਰ ਰਹੇ ਨੇ, ਉਹਨਾਂ ਦੀ ਅਸਲੀਅਤ ਲੋਕਾਂ ਸਾਹਮਣੇ ਰੱਖੀ ਜਾਵੇ ਤਾਂ ਜੋ ਖਾੜਕੂ ਜਥੇਬੰਦੀਆਂ ਦਾ ਲੋਕਾਂ ਅੰਦਰ ਅਕਸ ਖਰਾਬ ਨਾ ਹੋਵੇ। ਭਾਈ ਖਾਲੜਾ ਦੀ ਇਸ ਬੇਬਾਕ ਪੋਜੀਸ਼ਨ ਨਾਲ ਸੱਤਾ ਹਾਸਲ ਕਰਨ ਲਈ ਤਰਲੋ ਮੱਛੀ ਹੋ ਰਹੇ ਅਤੇ ਖਾੜਕੂ ਧਿਰਾਂ ਦੇ ਨੁਮਾਇੰਦੇ ਬਣ ਕੇ ਪੇਸ਼ ਹੋ ਰਹੇ ਕੁਝ ਉਮੀਦਵਾਰਾਂ ਨੂੰ ਡਾਢੀ ਤਕਲੀਫ ਹੋਈ ਸੀ। ਉਸ ਮੌਕੇ ਜੇਲ੍ਹਾਂ ਵਿੱਚੋਂ ਬਾਹਰ ਆਏ ਕੁਝ ਵਿਅਕਤੀ ਲੋਕਾਂ ਮੂਹਰੇ ਆਪਣੀ ਕੁਰਬਾਨੀ ਦਾ ਵਾਸਤਾ ਪਾ ਕੇ ਵੋਟਾਂ ਮੰਗ ਰਹੇ ਸਨ। ਭਾਈ ਜਸਵੰਤ ਸਿੰਘ ਖਾਲੜਾ ਨੂੰ ਇਹ ਗੱਲ ਬਹੁਤ ਚੁਭੀ ਸੀ ਅਤੇ ਉਸਨੇ ਅਜਿਹੇ ਲੋਕਾਂ ਨੂੰ ਸਿੱਧਾ ਸਵਾਲ ਕੀਤਾ ਸੀ ਕਿ ਕੀ ਉਹ ਵੋਟਰਾਂ ਤੋਂ ਆਪਣੀ ਉਸ ਕੁਰਬਾਨੀ ਦੀ ਕੀਮਤ ਵਸੂਲਣ ਆ ਰਹੇ ਨੇ। ਗੈਰ ਸੰਜੀਦਾ ਸਿਆਸਤਦਾਨਾਂ ਨੂੰ ਤਾੜਨਾ ਕਰਦਿਆਂ ਭਾਈ ਖਾਲੜਾ ਨੇ ਕਿਹਾ ਸੀ ਕਿ ਉਹ ਕੰਧ ਉੱਤੇ ਲਿਖਿਆ ਪੜ੍ਹ ਲੈਣ
ਜਿਸ ਮੁਤਾਬਕ ਪੰਜਾਬ ਅਤੇ ਸਿੱਖ ਭਾਈਚਾਰੇ ਉੱਪਰ ਜੂਨ ਮਹੀਨੇ ਵਿੱਚ ਭਾਰਤੀ ਹਾਕਮਾਂ ਵੱਲੋਂ ਹੋਰ ਵੱਡਾ ਕਹਿਰ ਢਾਉਣ ਦੀਆਂ ਤਿਆਰੀਆਂ ਸਪਸ਼ਟ ਨਜ਼ਰ ਆ ਰਹੀਆਂ ਸਨ। ਭਾਈ ਖਾਲੜਾ ਨੇ ਦੁਖੀ ਮਨ ਨਾਲ ਕਿਹਾ ਸੀ ਕਿ ਲੋਕਾਂ ਦਾ ਵੱਡਾ ਘਾਣ ਹੋਣ ਵਾਲਾ ਹੈ ਤੇ ਲੋਭੀ ਲੀਡਰਾਂ ਨੂੰ ਆਪਣੀਆਂ ਗੱਦੀਆਂ ਦੀ ਪਈ ਹੋਈ ਹੈ। ਉਸਨੇ ਬੇਬਾਕ ਐਲਾਨ ਕੀਤਾ ਸੀ ਕਿ ਉਹਨਾਂ ਦੀ ਪਾਰਟੀ IDP ਚੋਣਾਂ ਜਿੱਤਣ ਦੀ ਝਾਕ ਛੱਡ ਕੇ ਪੰਜਾਬ ਦੀ ਰਾਜਨੀਤੀ ਅੰਦਰ ਆ ਰਹੇ ਨਵੇਂ ਮੋੜਾਂ ਤੋਂ ਲੋਕਾਂ ਨੂੰ ਸੁਚੇਤ ਕਰਨ ਲਈ ਚੋਣਾਂ ਦੌਰਾਨ ਲੋਕਾਂ ਨੂੰ ਭਵਿੱਖ ਵਿੱਚ ਆਉਣ ਵਾਲੀਆਂ ਮੁਸੀਬਤਾਂ ਬਾਰੇ ਖਬਰਦਾਰ ਕਰਨ ਲਈ ਵਿਆਪਕ ਪ੍ਰਚਾਰ ਮੁਹਿੰਮ ਚਲਾਏਗੀ। ਜਸਵੰਤ ਸਿੰਘ ਖਾਲੜਾ ਜੀ ਦਾ ਇਹ ਐਲਾਨ ਰੋਜ਼ਾਨਾ ਅਕਾਲੀ ਪੱਤਰਿਕਾ 26 ਅਪ੍ਰੈਲ 1991 ਪੰਨਾ ਨੰਬਰ 5 ਤੋਂ ਪੜ੍ਹਿਆ ਜਾ ਸਕਦਾ ਹੈ।